ਅੱਜ ਅਸੀਂ ਕੰਪਿਊਟਰ ਸਾਇੰਸ ਜਮਾਤ 9ਵੀਂ ਪਾਠ ਚੌਥਾ DBMS ਨਾਲ ਜਾਣ ਪਛਾਣ ਲੈ ਕੇ ਹਾਜ਼ਰ ਹਾਂ। ਅੱਜ ਅਸੀਂ ਪਾਠ ਨੰਬਰ 4 DBMS ਨਾਲ ਜਾਣ ਪਛਾਣ ਇਸ ਪਾਠ ਵਿੱਚ ਹੇਠ ਲਿਖੇ ਜਿਹੜੇ ਟੌਪਿਕ ਆ ਉਹ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਨ੍ਹਾਂ ਵਿੱਚ ਸਾਡਾ ਪਹਿਲਾ ਟੌਪਿਕ ਹੈ ਡਾਟਾਬੇਸ ਵਿੱਚ ਵਰਤੀ ਜਾਣ ਵਾਲੀ ਸ਼ਬਦਾਵਲੀ ਕਿਹੜੀ ਹੈ, ਡਾਟਾ ਅਤੇ ਸੂਚਨਾ ਜਾਂ ਇਨਫੋਰਮੇਸ਼ਨ ਕੀ ਹੁੰਦੀ ਹੈ, ਡਾਟਾਬੇਸ ਕੀ ਹੁੰਦਾ ਹੈ, ਡਾਟਾਬੇਸ ਐਪਲੀਕੇਸ਼ਨ ਦੀ ਵਰਤੋਂ ਕਿੱਥੇ ਕਿੱਥੇ ਕੀਤੀ ਜਾਂਦੀ ਹੈ, ਫਾਈਲ ਪ੍ਰੋਸੈਸਿੰਗ ਸਿਸਟਮ ਕੀ ਹੈ, DBMS ਕੀ ਹੁੰਦਾ ਹੈ, DBA ਦੇ ਕੰਮ ਅਤੇ ਜ਼ਿੰਮੇਵਾਰੀਆਂ ਕੀ ਹੁੰਦੀਆਂ ਹਨ, ਡਾਟਾ ਰਿਡੰਡੈਂਸੀ ਅਤੇ ਐਂਟੀਟੀ ਕੀ ਹੁੰਦੀ ਹੈ, ਡਾਟਾਬੇਸ ਅਤੇ ਕੀਜ਼ ਕੀ ਹੁੰਦੀਆਂ ਹਨ, ਨਾਰਮਲਾਈਜੇਸ਼ਨ ਕੀ ਹੈ, ਸੰਬੰਧ ਜਾਂ ਰਿਲੇਸ਼ਨਸ਼ਿਪ ਕੀ ਹੁੰਦੇ ਹਨ, SQL ਜਾਂ DB2 ਡਾਟਾਬੇਸ ਕੀ ਹਨ, ਲਾਸਟ ਸਾਡਾ ਡਾਟਾ ਮਾਡਲ ਕੀ ਹੁੰਦਾ ਹੈ। ਸਭ ਤੋਂ ਪਹਿਲਾਂ ਅਸੀਂ DBMS ਦੇ ਵਿੱਚ ਵਰਤੀ ਜਾਣ ਵਾਲੀ ਸ਼ਬਦਾਵਲੀ ਪੜ੍ਹ ਲੈਂਦੇ ਹਾਂ। ਤਾਂ ਸਾਡੇ ਕੋਲ ਪਹਿਲਾ ਜਿਹੜਾ ਸ਼ਬਦ ਹੈ ਉਹ ਹੈਗਾ ਡਾਟਾ। ਡਾਟਾ ਛੋਟੇ ਤੋਂ ਛੋਟੇ ਕੱਚੇ ਪਦਾਰਥ ਜਾਂ ਅੰਕੜਿਆਂ ਨੂੰ ਕਿਹਾ ਜਾਂਦਾ ਹੈ। ਡਾਟਾ ਕੋਈ ਅਲਫਾਬੈਟ, ਨੰਬਰ ਜਾਂ ਵਿਸ਼ੇਸ਼ ਚਿੰਨ੍ਹਾਂ ਦਾ ਸਮੂਹ ਹੁੰਦਾ ਹੈ, ਜਿਵੇਂ ਕਿ ਅੰਗਰੇਜ਼ੀ ਦੇ ਵੱਡੇ ਅੱਖਰ A ਤੋਂ Z, ਅੰਗਰੇਜ਼ੀ ਦੇ ਛੋਟੇ ਅੱਖਰ A ਤੋਂ Z, ਉਸ ਤੋਂ ਇਲਾਵਾ ਨੂਮੈਰਿਕ ਨੰਬਰ 0 ਤੋਂ 9 ਤੱਕ। ਇਸ ਤੋਂ ਇਲਾਵਾ ਕੋਈ ਵਿਸ਼ੇਸ਼ ਚਿੰਨ੍ਹਾਂ ਦਾ ਜਿਹੜੇ ਸਮੂਹ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹੈਸ਼, ਕੋਮਾ, ਐਕਸਕਲੇਮੇਸ਼ਨ ਸਾਈਨ, ਐਮਪਰਸੈਂਡ, ਇਹਨਾਂ ਦਾ ਕਿਸੇ ਦਾ ਵੀ ਜਿਹੜਾ ਸਮੂਹ ਹੈ ਉਸ ਨੂੰ ਅਸੀਂ ਡਾਟਾ ਕਹਿੰਦੇ ਹਾਂ। ਉਦਾਹਰਨ ਲਈ ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਅਸੀਂ ਜਿਵੇਂ ਕਿ ਸਕਰੀਨ 'ਤੇ ਸਾਨੂੰ ਨਜ਼ਰ ਆ ਰਿਹਾ ਹੈ, ਅਸੀਂ ਇੱਕ ਨੰਬਰ ਲਿਖਿਆ 101093। ਹੁਣ ਜਿਹੜਾ ਨੰਬਰ ਹੈ ਇਹ ਕੁਝ ਵੀ ਹੋ ਸਕਦਾ ਹੈ, ਅਤੇ ਇਸ ਕਰਕੇ ਅਸੀਂ ਇਸ ਨੂੰ ਡਾਟਾ ਕਹਿੰਦੇ ਹਾਂ, ਕਿਉਂਕਿ ਇਹ ਜਿਹੜਾ ਨੰਬਰ ਹੈ ਸਾਨੂੰ ਕੋਈ ਆਈਡੀਆ ਨਹੀਂ ਹੈ ਕਿ ਇਹ ਨੰਬਰ ਸਾਨੂੰ ਕੀ ਸ਼ੋ ਜਾਂ ਕੀ ਪ੍ਰਦਰਸ਼ਿਤ ਕਰ ਰਿਹਾ ਹੈ। ਜੇਕਰ ਅਸੀਂ ਇਸ ਨੰਬਰ ਨੂੰ ਫਾਰਵਰਡ ਸਲੈਸ਼ ਦੇ ਨਾਲ ਇੱਦਾਂ ਲਗਾ ਦਿੰਦੇ ਹਾਂ ਤਾਂ ਹੁਣ ਅਸੀਂ ਸਮਝ ਸਕਦੇ ਹਾਂ ਕਿ ਫਾਰਵਰਡ ਸਲੈਸ਼ ਲਗਾਉਣ ਦੇ ਨਾਲ ਇਹ ਜਿਹੜਾ ਨੰਬਰ ਸੀ ਇਹ ਇੱਕ ਮਿਤੀ ਬਣ ਚੁੱਕਿਆ ਹੈ। ਹੁਣ ਇਹ ਮਿਤੀ ਕੀ ਹੋ ਸਕਦੀ ਹੈ, ਕਿਸੇ ਦੀ ਜਨਮ ਤਰੀਕ ਵੀ ਹੋ ਸਕਦੀ ਹੈ, ਕਿਸੇ ਦਾ ਡੇਟ, ਕਿਸੇ ਸਰਵਿਸ ਕਿਸੇ ਨੇ ਜੁਆਇਨ ਕੀਤੀ ਹੈ ਕਿਸੇ ਕੰਪਨੀ 'ਚ, ਉਹ ਮਿਤੀ ਵੀ ਹੋ ਸਕਦੀ ਹੈ। ਇਸ ਕਰਕੇ ਹਜੇ ਵੀ ਇਸ ਨੂੰ ਆਪਾਂ ਸੂਚਨਾ ਨਹੀਂ ਕਹਿ ਸਕਦੇ, ਕਿਉਂਕਿ ਹਜੇ ਵੀ ਸਾਨੂੰ ਇਹ ਪੱਕਾ ਯਕੀਨ ਨਹੀਂ ਹੈਗਾ ਵੀ ਜਿਹੜੀ ਮਿਤੀ ਹੈ ਉਹ ਕਿਸ ਦੇ ਨਾਲ ਸੰਬੰਧਿਤ ਹੈ। ਮੰਨ ਲਓ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਇੱਕ ਜਨਮ ਮਿਤੀ ਹੈ, ਪਰ ਹਜੇ ਵੀ ਅਸੀਂ ਇਸ ਨੂੰ ਸੂਚਨਾ ਨਹੀਂ ਕਹਿ ਸਕਦੇ, ਹਜੇ ਵੀ ਇਹ ਡਾਟਾ ਹੀ ਹੈ, ਕਿਉਂਕਿ ਹਜੇ ਵੀ ਸਾਨੂੰ ਇਹ ਨਹੀਂ ਪਤਾ ਜਿਹੜੀ ਜਨਮ ਮਿਤੀ ਹੈ ਉਹ ਕਿਸ ਦੀ ਹੈ। ਤਾਂ ਇਸ ਤਰ੍ਹਾਂ ਜਿਹੜਾ ਡਾਟਾ ਹੈ, ਡਾਟਾ ਸਾਡੇ ਕੋਲ ਇੱਕ ਅੰਕੜੇ ਹੁੰਦੇ ਆ ਜਿਸ ਨੂੰ ਅਸੀਂ ਜਦ ਤੱਕ ਕਿਸੇ ਮਾਧਿਅਮ ਦੇ ਨਾਲ ਇਸ ਨੂੰ ਸੌਰਟ ਨਾ ਕਰੀਏ ਜਾਂ ਤਰਤੀਬਵਾਰ ਲਗਾਈਏ ਨਾ, ਉਦੋਂ ਤੱਕ ਇਹ ਡਾਟਾ ਹੀ ਰਹਿੰਦਾ ਹੈ। ਡਾਟਾ ਤੋਂ ਬਾਅਦ ਅੱਗੇ ਅਸੀਂ ਪੜ੍ਹ ਲੈਂਦੇ ਹਾਂ ਇਨਫੋਰਮੇਸ਼ਨ, ਜਿਸ ਨੂੰ ਅਸੀਂ ਸੂਚਨਾ ਵੀ ਕਹਿੰਦੇ ਹਾਂ। ਡਾਟਾ ਨੂੰ ਕਿਸੇ ਢੰਗ ਦੇ ਨਾਲ ਜਾਂ ਕਿਸੇ ਤਰਤੀਬ ਦੇ ਨਾਲ ਜਦੋਂ ਅਸੀਂ ਉਸ ਨੂੰ ਪ੍ਰੋਸੈਸ ਕਰਦੇ ਹਾਂ ਜਾਂ ਉਸ ਉੱਪਰ ਕੰਮ ਕਰਦੇ ਹਾਂ, ਤਾਂ ਉਸ ਕੰਮ ਕਰਨ ਤੋਂ ਬਾਅਦ ਜੋ ਸਾਡੇ ਕੋਲ ਡਾਟਾ ਮੌਜੂਦ ਅਵੇਲੇਬਲ ਹੁੰਦਾ ਉਸ ਨੂੰ ਅਸੀਂ ਇਨਫੋਰਮੇਸ਼ਨ ਕਹਿੰਦੇ ਹਾਂ। ਸਹੀ ਇਨਫੋਰਮੇਸ਼ਨ ਹੀ ਸਾਡੇ ਕੁਝ ਸਵਾਲਾਂ ਦੇ ਜਵਾਬ ਦਿੰਦੀ ਹੈ। ਉਸ ਤੋਂ ਬਾਅਦ ਅਸੀਂ ਇਸ ਐਗਜ਼ਾਮਪਲ ਦੀ ਡਾਟਾ ਅਤੇ ਇਨਫੋਰਮੇਸ਼ਨ ਨੂੰ ਇਸ ਐਗਜ਼ਾਮਪਲ ਰਾਹੀਂ ਉਦਾਹਰਨ ਰਾਹੀਂ ਸਮਝ ਲੈਂਦੇ ਹਾਂ। ਡਾਟਾ ਨੂੰ ਜਿਵੇਂ ਕਿ ਅਸੀਂ ਇਸ ਐਗਜ਼ਾਮਪਲ ਵਿੱਚ ਇਸ ਚਿੱਤਰ ਵਿੱਚ ਦੇਖ ਪਾ ਰਹੇ ਹਾਂ ਕਿ ਅਸੀਂ ਕੁਝ ਵਿਦਿਆਰਥੀਆਂ ਦਾ ਡਾਟਾ ਇਕੱਠਾ ਕੀਤਾ ਹੈ। ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਇਸ ਚਿੱਤਰ ਵਿੱਚ ਵਿਦਿਆਰਥੀ ਦਾ ਨਾਂ, ਪਿਤਾ ਦਾ ਨਾਂ, ਰੋਲ ਨੰਬਰ, ਜਮਾਤ, ਫੋਨ ਨੰਬਰ, ਘਰ ਦਾ ਪਤਾ। ਪਰ ਜੇਕਰ ਅਸੀਂ ਇਸ ਟੇਬਲ ਵੱਲ ਵੇਖੀਏ ਜਾਂ ਇਸ ਚਿੱਤਰ ਵੱਲ ਵੇਖੀਏ ਤਾਂ ਇਹ ਅੰਦਾਜ਼ਾ ਲਗਾਉਣਾ ਬਹੁਤ ਔਖਾ ਹੈ ਕਿ ਕਿਹੜੇ ਵਿਦਿਆਰਥੀ ਦੇ ਪਿਤਾ ਦਾ ਨਾਂ, ਰੋਲ ਨੰਬਰ, ਫੋਨ ਨੰਬਰ, ਘਰ ਦਾ ਪਤਾ ਕੀ ਹੈ। ਜਿਵੇਂ ਕਿ ਮੰਨ ਲਓ ਸਾਡੇ ਕੋਲ ਪਹਿਲਾ ਨਾਮ ਹੈ ਇਹਦੇ ਵਿੱਚ ਚਮਨਪ੍ਰੀਤ ਸਿੰਘ। ਹੁਣ ਸਾਨੂੰ ਇਹ ਨਹੀਂ ਪਤਾ ਕਿ ਚਮਨਪ੍ਰੀਤ ਸਿੰਘ ਦੇ ਪਿਤਾ ਦਾ ਨਾਂ ਤਰਸੇਮ ਸਿੰਘ ਹੈ, ਜੋਗਿੰਦਰ ਸਿੰਘ ਹੈ ਜਾਂ ਰਿਸ਼ਪਾਲ ਸਿੰਘ ਹੈ। ਉੱਦਾਂ ਹੀ ਚਮਨਪ੍ਰੀਤ ਦਾ ਰੋਲ ਨੰਬਰ 1 ਹੈ, 2 ਜਾਂ 3 ਹੈ। ਉਸ ਤੋਂ ਬਾਅਦ ਫੋਨ ਨੰਬਰ, ਤਿੰਨਾਂ ਫੋਨ ਨੰਬਰ 'ਚੋਂ ਚਮਨਪ੍ਰੀਤ ਦਾ ਜਿਹੜਾ ਫੋਨ ਨੰਬਰ ਉਹ ਕਿਹੜਾ ਹੈ। ਅਤੇ ਇਸ ਤਰ੍ਹਾਂ ਸਾਡੇ ਕੋਲ ਅੰਕੜੇ ਤੇ ਹੈਗੇ, ਪਰ ਅਸੀਂ ਇਸ ਨੂੰ ਸੂਚਨਾ ਨਹੀਂ ਕਹਿ ਸਕਦੇ।
ਇਸ ਟੇਬਲ ਤੋਂ ਸਾਨੂੰ ਕੋਈ ਵੀ ਜਾਣਕਾਰੀ ਜਿਹੜੀ ਆ ਉਹ ਪ੍ਰਾਪਤ ਨਹੀਂ ਹੋ ਰਹੀ, ਇਸ ਕਰਕੇ ਅਸੀਂ ਇਸ ਚਿੱਤਰ ਨੂੰ ਡਾਟਾ ਕਹਿ ਸਕਦੇ ਹਾਂ। ਜਦੋਂ ਹੁਣ ਅਸੀਂ ਇਸ ਚਿੱਤਰ ਵਿੱਚ ਲਿਖੇ ਡਾਟੇ ਨੂੰ ਅਸੀਂ ਕਿਸੇ ਤਰਤੀਬਵਾਰ ਢੰਗ ਦੇ ਨਾਲ ਅਸੀਂ ਲਗਾ ਲੈਂਦੇ ਹਾਂ, ਜਿਵੇਂ ਕਿ ਤੁਸੀਂ ਹੇਠਾਂ ਵੇਖ ਸਕਦੇ ਹੋ, ਤਾਂ ਇਸ ਨੂੰ ਅਸੀਂ ਸੂਚਨਾ ਕਹਿ ਸਕਦੇ ਹਾਂ। ਜਦੋਂ ਅਸੀਂ ਇਸ ਡਾਟੇ ਨੂੰ ਟੇਬਲ ਦੇ ਰੂਪ ਵਿੱਚ ਵੱਖ-ਵੱਖ ਕਾਲਮਾਂ ਵਿੱਚ ਡਾਟੇ ਦਾ ਪ੍ਰਬੰਧ ਕਰਕੇ ਪ੍ਰਦਰਸ਼ਿਤ ਕਰ ਦੇਵਾਂਗੇ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹੇਠਲਾ ਚਿੱਤਰ। ਹੁਣ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ, ਇਸ ਟੇਬਲ ਤੋਂ ਸਾਨੂੰ ਸਹੀ ਜਾਣਕਾਰੀ ਮਿਲ ਪਾ ਰਹੀ ਹੈ, ਜਿਵੇਂ ਕਿ ਚਮਨਪ੍ਰੀਤ ਸਿੰਘ ਵਿਦਿਆਰਥੀ ਦਾ ਨਾਮ ਹੈ ਚਮਨਪ੍ਰੀਤ ਸਿੰਘ, ਇਸ ਦੇ ਪਿਤਾ ਦਾ ਨਾਮ ਹੈ ਤਰਸੇਮ ਸਿੰਘ, ਇਸ ਦਾ ਰੋਲ ਨੰਬਰ ਹੈ 1, ਜਮਾਤ ਹੈ 9ਵੀਂ, ਫੋਨ ਨੰਬਰ ਹੈ 98765 43210 ਅਤੇ ਇਸ ਦਾ ਘਰ ਦਾ ਪਤਾ ਕੀ ਹੈ ਜਲੰਧਰ। ਉਸੇ ਤਰ੍ਹਾਂ ਅਗਲਾ ਜਿਹੜਾ ਵਿਦਿਆਰਥੀ ਹੈ ਕੋਮਲਪ੍ਰੀਤ ਸਿੰਘ, ਉਸ ਦੇ ਪਿਤਾ ਦਾ ਨਾਮ ਹੈ ਜੋਗਿੰਦਰ ਸਿੰਘ, ਰੋਲ ਨੰਬਰ ਹੈ 2, ਜਮਾਤ ਹੈ 9ਵੀਂ, ਫੋਨ ਨੰਬਰ ਹੈ 87965 43210 ਤੇ ਇਸ ਦੇ ਘਰ ਦਾ ਪਤਾ ਸ਼ਾਹਕੋਟ ਹੈ। ਉਸੇ ਤਰ੍ਹਾਂ ਹੀ ਅਗਲੇ ਵਿਦਿਆਰਥੀ ਦਾ। ਤਾਂ ਇਸ ਤਰ੍ਹਾਂ ਜਦੋਂ ਅਸੀਂ ਕਿਸੇ ਡਾਟੇ ਨੂੰ ਜਾਂ ਇਕੱਠੇ ਕੀਤੇ ਅੰਕੜਿਆਂ ਨੂੰ ਕਿਸੇ ਤਰਤੀਬਵਾਰ ਜਾਂ ਕਿਸੇ ਢੰਗ ਦੇ ਨਾਲ ਅਸੀਂ ਉਸ ਨੂੰ ਲਿਖ ਲੈਂਦੇ ਹਾਂ, ਜਿਸ ਡਾਟੇ ਤੋਂ ਸਾਨੂੰ, ਜਿਸ ਸੂਚਨਾ ਤੋਂ ਸਾਨੂੰ ਫੈਸਲਾ ਲੈਣ ਵਿੱਚ ਕੋਈ ਮੁਸ਼ਕਲ ਨਾ ਆਵੇ, ਉਸ ਨੂੰ ਅਸੀਂ ਸੂਚਨਾ ਜਾਂ ਇਨਫੋਰਮੇਸ਼ਨ ਕਹਿ ਸਕਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਅਗਲਾ ਹੁਣ ਵਿਸ਼ਾ ਹੈ ਡਾਟਾਬੇਸ ਕੀ ਹੁੰਦਾ ਹੈ। ਸੋ ਡਾਟਾਬੇਸ ਬਹੁਤ ਸਾਰੇ ਡਾਟੇ ਦਾ ਸਮੂਹ ਹੁੰਦਾ ਹੈ। ਇਸ ਡਾਟੇ ਨੂੰ ਡਾਟਾਬੇਸ ਵਿੱਚ ਇੱਕ ਤਰਤੀਬਵਾਰ ਜਾਂ ਲੜੀਵਾਰ ਤਰੀਕੇ ਦੇ ਨਾਲ ਸਟੋਰ ਕੀਤਾ ਜਾਂਦਾ ਹੈ, ਤਾਂ ਜੋ ਇਸ ਡਾਟੇ ਦੀ ਲੋੜ ਪੈਣ ਤੇ ਇਸ ਨੂੰ ਆਸਾਨੀ ਨਾਲ ਇਸ ਤੱਕ ਪਹੁੰਚਿਆ ਜਾਂ ਪ੍ਰਾਪਤ ਕੀਤਾ ਜਾ ਸਕੇ, ਪ੍ਰਬੰਧ ਕੀਤਾ ਜਾ ਸਕੇ ਅਤੇ ਇਸ ਨੂੰ ਅਪਡੇਟ ਵੀ ਕੀਤਾ ਜਾ ਸਕੇ। ਡਾਟਾਬੇਸ ਵਿੱਚ ਸਾਰੇ ਸ਼ਬਦ ਕ੍ਰਮਵਾਰ ਜਾਂ ਲੜੀਵਾਰ ਹੁੰਦੇ ਹਨ, ਜਿਨ੍ਹਾਂ ਨੂੰ ਲੱਭਣਾ ਬਹੁਤ ਸੌਖਾ ਹੁੰਦਾ ਹੈ। ਡਾਟਾਬੇਸ ਤੋਂ ਸਾਨੂੰ ਲੋੜੀਂਦੀ ਸੂਚਨਾ ਪ੍ਰਾਪਤ ਕਰਕੇ ਅਤੇ ਪ੍ਰਾਪਤ ਸੂਚਨਾ ਦੇ ਆਧਾਰ ਤੇ ਅਸੀਂ ਫੈਸਲੇ ਲੈ ਸਕਦੇ ਹਾਂ। ਡਾਟਾਬੇਸ ਤਿਆਰ ਕਰਨ ਲਈ ਸਾਨੂੰ ਡਾਟਾਬੇਸ ਮੈਨੇਜਮੈਂਟ ਸੌਫਟਵੇਅਰ ਦੀ ਵਰਤੋਂ ਕਰਨੀ ਪੈਂਦੀ ਹੈ। ਉਸ ਤੋਂ ਬਾਅਦ ਹੁਣ ਅਸੀਂ ਡਾਟਾਬੇਸ ਬਣਾਉਣ ਲਈ ਸਾਨੂੰ ਕੀ ਕੀ ਜ਼ਰੂਰਤਾਂ ਹੈ ਉਹਨਾਂ ਬਾਰੇ ਪੜ੍ਹ ਲੈਂਦੇ ਹਾਂ। ਸੋ ਡਾਟਾਬੇਸ ਬਣਾਉਣ ਲਈ ਸਾਡੇ ਕੋਲ 3 ਐਲੀਮੈਂਟ ਦੀ ਸਾਨੂੰ ਜ਼ਰੂਰਤ ਪੈਂਦੀ ਹੈ, ਜਿਸ ਵਿੱਚ ਸਾਡੇ ਕੋਲ ਪਹਿਲਾ ਹੈ ਫੀਲਡ, ਦੂਸਰਾ ਸਾਡੇ ਕੋਲ ਹੈ ਰਿਕਾਰਡ ਤੋਂ ਬਾਅਦ ਸਾਡੇ ਕੋਲ ਤੀਸਰਾ ਹੈ ਐਟਰੀਬਿਊਟ ਤੋਂ ਬਾਅਦ ਲਾਸਟ ਹੈ ਸਾਡੇ ਕੋਲ ਫਾਈਲ। ਹੁਣ ਸਭ ਤੋਂ ਪਹਿਲਾਂ ਅਸੀਂ ਫੀਲਡ ਐਲੀਮੈਂਟ ਬਾਰੇ ਜਾਣ ਲੈਂਦੇ ਹਾਂ। ਕਿਸੇ ਡਾਟਾਬੇਸ ਵਿੱਚ ਫੀਲਡ ਨੂੰ ਕਾਲਮ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ। ਜਿਵੇਂ ਕਿ ਤੁਸੀਂ ਹੇਠਾਂ ਇੱਕ ਟੇਬਲ ਦੇਖ ਰਹੇ ਹੋ, ਇਸ ਟੇਬਲ ਵਿੱਚ ਜਿਵੇਂ ਆਈਡੀ ਹੈ, ਆਈਡੀ ਦਾ ਜਿਹੜਾ ਪੂਰਾ ਕਾਲਮ ਹੈ ਇਸ ਨੂੰ ਅਸੀਂ ਫੀਲਡ ਕਹਿ ਸਕਦੇ ਹਾਂ। ਉਸ ਤੋਂ ਬਾਅਦ ਜਿਹਦਾ ਅਗਲਾ ਹੈ ਨਾਂ, ਵਿਦਿਆਰਥੀ ਦਾ ਨਾਂ, ਇਹ ਵਿਦਿਆਰਥੀ ਦਾ ਨਾਂ ਵੀ ਉੱਪਰ ਤੋਂ ਲੈ ਕੇ ਹੇਠਾਂ ਨੂੰ ਇਹ ਸਾਰਿਆਂ ਨੂੰ ਅਸੀਂ ਕਾਲਮ ਕਹਿ ਸਕਦੇ ਹਾਂ। ਸੋ ਇਸ ਤਰ੍ਹਾਂ ਉੱਪਰੋਂ ਹੇਠਾਂ ਵੱਲ ਨੂੰ ਜਿਹੜਾ ਸਾਡੇ ਕੋਲ ਲੜੀਵਾਰ ਸੈੱਲ ਹੈ ਉਸ ਨੂੰ ਅਸੀਂ ਕਾਲਮ ਕਹਿੰਦੇ ਹਾਂ। ਦੂਸਰਾ ਸਾਡੇ ਕੋਲ ਹੈ ਰਿਕਾਰਡ। ਕਿਸੇ ਟੇਬਲ ਵਿੱਚ ਰੋਜ਼ ਨੂੰ ਰਿਕਾਰਡ ਕਿਹਾ ਜਾਂਦਾ ਹੈ। ਰੋਜ਼ ਹੁੰਦੀ ਹੈ ਖੱਬੇ ਤੋਂ ਸੱਜੇ ਪਾਸੇ ਜਿਹੜਾ ਡਾਟਾ ਅਸੀਂ ਕਿਸੇ ਸੈੱਲਾਂ ਵਿੱਚ ਲਿਖਿਆ ਹੋਇਆ ਹੈ। ਰਿਕਾਰਡ ਨੂੰ ਅਸੀਂ ਟੱਪਲ ਦੇ ਨਾਂ ਨਾਲ ਵੀ ਜਾਣਦੇ ਹਾਂ। ਜਿਵੇਂ ਕਿ ਤੁਸੀਂ ਹੇਠਾਂ ਟੇਬਲ ਵਿੱਚ ਦੇਖ ਪਾ ਰਹੇ ਹੋ, ਜਿਹੜਾ 202 ਹੈ ਕਿਸੇ ਵਿਦਿਆਰਥੀ ਦੀ ਆਈਡੀ ਹੈ 202, ਵਿਦਿਆਰਥੀ ਦਾ ਨਾਮ ਹੈ ਸੁਰਿੰਦਰ ਸਿੰਘ, ਜਮਾਤ ਹੈ 9ਵੀਂ, ਵਿਸ਼ਾ ਹੈ ਕੰਪਿਊਟਰ ਸਾਇੰਸ ਅਤੇ ਉਸ ਦੇ ਕੁੱਲ ਪ੍ਰਾਪਤ ਅੰਕ ਹਨ 75। ਤੇ ਇਹ ਸਾਰੇ ਜਿਹੜੀ ਅਸੀਂ ਰਿਕਾਰਡ ਦੇਖ ਰਹੇ ਹਾਂ ਜਾਂ ਰੋ ਦੇਖ ਰਹੇ ਹਾਂ, ਇਸ ਰੋ ਨੂੰ ਅਸੀਂ ਰਿਕਾਰਡ ਕਹਿੰਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਹੁਣ ਅਗਲਾ ਐਲੀਮੈਂਟ ਹੈ ਐਟਰੀਬਿਊਟ। ਐਟਰੀਬਿਊਟ ਨੂੰ ਅਸੀਂ ਡਾਟਾ ਆਈਟਮ ਵੀ ਕਹਿੰਦੇ ਹਾਂ। ਡਾਟਾਬੇਸ ਵਿੱਚ ਐਟਰੀਬਿਊਟ ਫੀਲਡ ਦੇ ਹੈਡਿੰਗ ਨੂੰ ਕਹਿੰਦੇ ਹਾਂ, ਇਸ ਨੂੰ ਡਾਟਾ ਆਈਟਮ ਵੀ ਕਿਹਾ ਜਾਂਦਾ ਹੈ। ਫੀਲਡ ਦੇ ਹੈਡਿੰਗ ਨੂੰ ਅਸੀਂ ਕਹਿੰਦੇ ਹਾਂ ਐਟਰੀਬਿਊਟ। ਹੁਣ ਅਸੀਂ ਪੜ੍ਹਿਆ ਸੀ ਫੀਲਡ ਕੀ ਹੁੰਦੀ ਹੈ, ਇੱਕ ਜਿਹੜਾ ਪੂਰਾ ਕਾਲਮ ਹੈ ਉਸ ਕਾਲਮ ਨੂੰ ਅਸੀਂ ਫੀਲਡ ਕਹਿੰਦੇ ਹਾਂ। ਤੇ ਫੀਲਡ ਦਾ ਜਿਹੜਾ ਹੈਡਿੰਗ ਹੈ, ਜਿਵੇਂ ਕਿ ਇਸ ਟੇਬਲ ਵਿੱਚ ਅਸੀਂ ਆਈਡੀ ਨੰਬਰ ਹੈ,
ਵਿਦਿਆਰਥੀ ਦਾ ਨਾਮ ਹੈ, ਜਮਾਤ ਹੈ, ਵਿਸ਼ਾ ਹੈ, ਅੰਕ ਹੈ। ਤੇ ਇਹ ਸਾਰੇ ਜਿਹੜੇ ਕਾਲਮ ਹੈ, ਇਹਨਾਂ ਦੇ ਜਿਹੜੇ ਹੈਡਿੰਗਸ ਹੈ, ਇਹਨਾਂ ਨੂੰ ਅਸੀਂ ਐਟਰੀਬਿਊਟ ਜਾਂ ਡਾਟਾ ਆਈਟਮ ਕਹਿ ਸਕਦੇ ਹਾਂ ਜਾਂ ਕਹਿੰਦੇ ਹਾਂ। ਉਸ ਤੋਂ ਬਾਅਦ ਅਗਲਾ ਸਾਡੇ ਕੋਲ ਐਲੀਮੈਂਟ ਹੈ ਫਾਈਲ। ਕੰਪਿਊਟਰ ਵਿੱਚ ਫਾਈਲ ਇੱਕ ਕੰਟੇਨਰ ਵਾਂਗ ਹੁੰਦੀ ਹੈ ਜਿਸ ਵਿੱਚ ਸੂਚਨਾ ਨੂੰ ਸਟੋਰ ਕੀਤਾ ਜਾਂਦਾ ਹੈ। ਇਹ ਫਾਈਲਾਂ ਕੰਪਿਊਟਰ ਵਿੱਚ ਕਿਸੇ ਲਾਇਬ੍ਰੇਰੀ ਜਾਂ ਦਫ਼ਤਰ ਵਿੱਚ ਵਰਤੀ ਜਾਣ ਵਾਲੀ ਕਾਗਜ਼ੀ ਫਾਈਲ ਦੀ ਡਿਜੀਟਲ ਕਾਪੀ ਵਾਂਗ ਹੁੰਦੀਆਂ ਹਨ। ਜਿਵੇਂ ਕਿ ਅਸੀਂ ਕਿਸੇ ਫਾਈਲ ਤੇ ਵੇਖਦੇ ਹਾਂ, ਉੱਤੇ ਅੱਜ ਕੁਝ ਲਿਖਿਆ ਹੋਇਆ ਹੈ, ਪਰ ਉਹਨੂੰ ਅਸੀਂ ਦੇਖ ਸਕਦੇ ਹਾਂ, ਟੱਚ ਕਰ ਸਕਦੇ ਹਾਂ। ਪਰ ਇਹ ਡਿਜੀਟਲ ਫਾਈਲ ਹੈ, ਡਿਜੀਟਲ ਫਾਈਲ ਜਦੋਂ ਅਸੀਂ ਕੰਪਿਊਟਰ ਦੇ ਵਿੱਚ ਕਿਸੇ ਫਾਈਲ ਨੂੰ ਜਾਂ ਆਪਣੇ ਮੋਬਾਈਲ ਦੇ ਵਿੱਚ ਕਿਸੇ ਫਾਈਲ ਨੂੰ ਪੜ੍ਹਦੇ ਹਾਂ ਤਾਂ ਉਹ ਡਿਜੀਟਲ ਰੂਪ ਵਿੱਚ ਹੁੰਦੀ ਹੈ। ਉਸ ਤੋਂ ਬਾਅਦ ਫਾਈਲ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ, ਜਿਵੇਂ ਕਿ ਟੈਕਸਟ ਫਾਈਲ, ਡਾਟਾ ਫਾਈਲ, ਡਾਇਰੈਕਟਰੀ ਫਾਈਲ, ਬਾਈਨਰੀ ਅਤੇ ਗ੍ਰਾਫਿਕਲ ਫਾਈਲ ਇਸ ਦੀਆਂ ਕੁਝ ਉਦਾਹਰਨਾਂ ਹਨ। ਹੁਣ ਅੱਗੇ ਅਸੀਂ ਪੜ੍ਹਾਂਗੇ ਚੰਗੇ ਡਾਟਾਬੇਸ ਡਿਜ਼ਾਈਨ ਕਰਨ ਲਈ ਕਿਹੜੀਆਂ ਜ਼ਰੂਰੀ ਹਦਾਇਤਾਂ ਨੂੰ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਸੋ ਪਹਿਲੀ ਸਾਡੇ ਕੋਲ ਹੈ ਡਾਟਾਬੇਸ ਵਿੱਚ ਸਟੋਰ ਹੋਣ ਵਾਲਾ ਡਾਟਾ ਬਿਲਕੁਲ ਦਰੁਸਤ ਹੋਣਾ ਚਾਹੀਦਾ ਹੈ, ਸਹੀ ਹੋਣਾ ਚਾਹੀਦਾ ਹੈ, ਪੂਰਾ ਅਤੇ ਚੰਗੀ ਤਰ੍ਹਾਂ ਬਣਿਆ ਹੋਣਾ ਚਾਹੀਦਾ ਹੈ। ਦੂਸਰਾ ਪੁਆਇੰਟ ਸਾਡੇ ਕੋਲ ਡਾਟਾਬੇਸ ਸਿਸਟਮ ਬਣਾਉਣ ਸਮੇਂ ਬਣਾਏ ਜਾਣ ਵਾਲੇ ਡਾਟਾਬੇਸ ਐਪਲੀਕੇਸ਼ਨ ਨੂੰ ਕਿਸੇ ਵੈਬਸਾਈਟ, ਲੋਕਲ ਏਰੀਆ ਨੈਟਵਰਕ ਉੱਪਰ ਜਾਂ ਫਿਰ ਦੋਵੇਂ ਹੀ ਜਗ੍ਹਾ ਉੱਪਰ ਵਰਤਿਆ ਜਾ ਸਕੇ ਅਤੇ ਡਾਟਾਬੇਸ ਵੱਲੋਂ ਨਤੀਜੇ ਤੇਜ਼ ਪ੍ਰਾਪਤ ਹੋਣ ਅਤੇ ਸਹੀ ਹੋਣ, ਇਸ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਤੀਸਰਾ ਪੁਆਇੰਟ ਹੈ ਡਾਟਾਬੇਸ ਦੇ ਡਿਜ਼ਾਈਨ ਵੱਲ ਵੀ ਖਾਸ ਧਿਆਨ ਦੇਣਾ ਚਾਹੀਦਾ ਹੈ। ਜੇਕਰ ਡਾਟਾਬੇਸ ਦਾ ਡਿਜ਼ਾਈਨ ਸਹੀ ਤਰੀਕੇ ਨਾਲ ਨਾ ਡਿਜ਼ਾਈਨ ਕੀਤਾ ਜਾਵੇ ਤਾਂ ਇਸ ਵਿੱਚ ਆਉਣ ਵਾਲੀਆਂ ਦਿੱਕਤਾਂ ਤੋਂ ਨਹੀਂ ਬਚਿਆ ਜਾ ਸਕਦਾ। ਡਾਟਾਬੇਸ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਡਿਜ਼ਾਈਨ ਕੀਤਾ ਜਾਣਾ ਚਾਹੀਦਾ ਹੈ। ਤਾਂ ਇਹ ਸੀਗੀਆਂ ਸਾਡੀਆਂ ਚੰਗੇ ਡਾਟਾਬੇਸ ਨੂੰ ਡਿਜ਼ਾਈਨ ਕਰਨ ਲਈ ਜ਼ਰੂਰੀ ਹਦਾਇਤਾਂ, ਜਿਨ੍ਹਾਂ ਨੂੰ ਅਸੀਂ ਧਿਆਨ 'ਚ ਰੱਖ ਕੇ ਆਪਣੇ ਡਾਟਾਬੇਸ ਨੂੰ ਡਿਜ਼ਾਈਨ ਕਰ ਸਕਦੇ ਹਾਂ। ਹੁਣ ਅੱਗੇ ਹੈ ਡਾਟਾਬੇਸ ਤਿਆਰ ਕਰਨ ਦੇ ਸਾਨੂੰ ਕੀ ਲਾਭ ਨੇ। ਪਹਿਲਾ ਹੈ ਡਾਟਾਬੇਸ ਰਾਹੀਂ ਘੱਟ ਥਾਂ ਵਿੱਚ ਜ਼ਿਆਦਾ ਡਾਟਾ ਸਟੋਰ ਕੀਤਾ ਜਾ ਸਕਦਾ ਹੈ। ਅਗਲਾ ਪੁਆਇੰਟ ਹੈ ਕਿਸੇ ਵੀ ਜਾਣਕਾਰੀ ਨੂੰ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਨਵੇਂ ਰਿਕਾਰਡ ਨੂੰ ਦਾਖਲ ਕਰਨਾ, ਪੁਰਾਣੇ ਵਿੱਚ ਬਦਲਾਵ ਕਰਨਾ ਅਤੇ ਮਿਟਾਉਣਾ ਵੀ ਸੌਖਾ ਹੈ। ਅਗਲਾ ਹੈ ਡਾਟਾਬੇਸ ਰਾਹੀਂ ਡਾਟੇ ਨੂੰ ਫਿਲਟਰ ਕਰਨਾ ਸੌਖਾ ਹੁੰਦਾ ਹੈ। ਡਾਟੇ ਨੂੰ ਵੱਖ-ਵੱਖ ਢੰਗ ਨਾਲ ਸੌਰਟ ਕੀਤਾ ਜਾ ਸਕਦਾ ਹੈ। ਸੌਰਟ ਤੋਂ ਭਾਵ ਹੈ ਅਸੀਂ ਚੜ੍ਹਦੇ ਜਾਂ ਲੈਂਦੇ ਦੋਵੇਂ ਕ੍ਰਮ ਵਿੱਚ ਡਾਟੇ ਨੂੰ ਸੌਰਟ ਜਾਂ ਅਰੇਂਜ ਕਰ ਸਕਦੇ ਹਾਂ। ਇੱਕ ਹੀ ਡਾਟਾਬੇਸ ਨੂੰ ਇੱਕ ਤੋਂ ਜ਼ਿਆਦਾ ਯੂਜ਼ਰ ਐਕਸੈਸ ਕਰ ਸਕਦੇ ਹਨ। ਮਤਲਬ ਜਿਹੜੇ ਯੂਜ਼ਰ ਨੂੰ ਜੋ ਪਰਮਿਸ਼ਨ ਹੈ ਜਾਂ ਜਿਸ ਟਾਈਪ ਦਾ ਉਹ ਯੂਜ਼ਰ ਹੈ, ਉਹ ਆਪਣੀ ਪਰਮਿਸ਼ਨ ਦੀ ਵਰਤੋਂ ਕਰਦੇ ਹੋਏ ਡਾਟਾਬੇਸ ਵਿੱਚ ਜਿਹੜਾ ਡਾਟਾ ਹੈ ਉਸ ਦੀ ਵਰਤੋਂ ਜਾਂ ਉਸ ਤੱਕ ਪਹੁੰਚ ਕਰ ਸਕਦਾ ਹੈ। ਕਿਸੇ ਡਾਟਾਬੇਸ ਟੇਬਲ ਵਿੱਚ ਡਾਟਾ ਨੂੰ ਇੰਪੋਰਟ ਅਤੇ ਐਕਸਪੋਰਟ ਕਰਨਾ ਵੀ ਸੌਖਾ ਹੈ। ਇੰਪੋਰਟ ਹੁੰਦਾ ਹੈ ਅਸੀਂ ਕਿਸੇ ਡਾਟੇ ਨੂੰ ਕਿਸੇ ਹੋਰ ਟੇਬਲ ਤੋਂ ਆਪਣੇ ਟੇਬਲ ਵਿੱਚ ਐਡ ਕੀਤਾ। ਐਕਸਪੋਰਟ ਹੁੰਦਾ ਅਸੀਂ ਆਪਣੇ ਟੇਬਲ ਚੋਂ ਡਾਟਾ ਬਾਹਰਲੇ ਕਿਸੇ ਟੇਬਲ ਵਿੱਚ ਬਾਹਰਲੇ ਕਿਸੇ ਮੀਡੀਆ ਰਾਹੀਂ ਬਾਹਰ ਭੇਜ ਦਿੱਤਾ ਹੈ। ਉਸ ਤੋਂ ਬਾਅਦ ਡਾਟਾ ਰਿਡੰਡੈਂਸੀ ਨੂੰ ਘਟਾਉਂਦਾ ਹੈ। ਸੋ ਰਿਡੰਡੈਂਸੀ ਹੁੰਦੀ ਹੈ ਕਿ ਇੱਕ ਰਿਕਾਰਡ ਦੀ ਕਈ ਥਾਂ ਤੇ ਬਾਰ-ਬਾਰ ਦੁਹਰਾਈ ਹੋਣਾ। ਤਾਂ ਅਸੀਂ ਡਾਟਾਬੇਸ ਰਾਹੀਂ ਜਿਹੜਾ ਇੱਕ ਸਾਡੇ ਕੋਲ ਟੇਬਲ ਵਿੱਚ ਕੋਈ ਰਿਕਾਰਡ ਬਾਰ-ਬਾਰ ਆ ਰਿਹਾ, ਅਸੀਂ ਉਸ ਨੂੰ ਵੀ ਘਟਾ ਸਕਦੇ ਹਾਂ। ਲਾਸਟ ਸਾਡੇ ਕੋਲ ਪੁਆਇੰਟ ਡਾਟਾ ਬੈਕਅਪ ਅਤੇ ਡਾਟਾ ਰਿਕਵਰੀ ਵਰਗੀਆਂ ਸੁਵਿਧਾਵਾਂ ਮੁਹੱਈਆ ਕਰਾਉਂਦਾ ਹੈ। ਡਾਟਾ ਬੈਕਅਪ ਤੋਂ ਇੱਥੇ ਭਾਵ ਹੈ ਵੀ ਸਾਡਾ ਜੋ ਵੀ ਡਾਟਾ ਹੈ ਉਸ ਦੀ ਅਸੀਂ ਇੱਕ ਵੱਖਰੀ ਕਾਪੀ ਬਣਾ ਕੇ ਡਾਟਾਬੇਸ ਰਾਹੀਂ ਸੇਵ ਕਰ ਸਕਦੇ ਹਾਂ। ਡਾਟਾ ਰਿਕਵਰੀ ਦਾ ਭਾਵ ਹੈ ਜੇਕਰ ਸਾਡੀ ਕੋਈ ਐਂਟਰੀ ਜਾਂ ਕੋਈ ਸਾਡਾ ਰਿਕਾਰਡ ਹੈ ਉਹ ਵਿੱਚੋਂ ਡਿਲੀਟ ਹੋ ਗਿਆ ਤਾਂ ਅਸੀਂ ਡਾਟਾਬੇਸ ਰਾਹੀਂ ਉਸ ਦੀ ਜਿਹੜੀ ਹੈ ਉਹ ਡਾਟੇ ਨੂੰ ਵਾਪਸ ਵੀ ਬੁਲਾ ਸਕਦੇ ਹਾਂ। ਬੱਚੇ, ਹੁਣ ਅਸੀਂ ਡਾਟਾਬੇਸ ਐਪਲੀਕੇਸ਼ਨ ਦੀ ਵਰਤੋਂ ਬਾਰੇ ਜਾਣ ਲੈਂਦੇ ਹਾਂ ਕਿ ਡਾਟਾਬੇਸ ਦੀ ਜਿਹੜੀ ਵਰਤੋਂ ਹੈ ਉਹ ਕਿਹੜੇ ਖੇਤਰਾਂ ਵਿੱਚ ਕਿਸ ਕੰਮ ਲਈ ਕੀਤੀ ਜਾਂਦੀ ਹੈ। ਸਭ ਤੋਂ ਸਾਡੇ ਕੋਲ ਪਹਿਲਾ ਆਪਸ਼ਨ ਹੈ ਆਨਲਾਈਨ ਵੀਡੀਓ ਸਟ੍ਰੀਮਿੰਗ। ਜਿੱਦਾਂ ਕਿ ਤੁਸੀਂ YouTube ਬਾਰੇ ਜਾਣਦੇ ਹੋਵੋਗੇ, YouTube ਦੀ ਵਰਤੋਂ ਅਸੀਂ ਵੀਡੀਓ ਦੇਖਣ ਲਈ ਕਰਦੇ ਹਾਂ। ਜਿਵੇਂ ਕਿ ਤੁਸੀਂ ਇਸ ਵੀਡੀਓ ਨੂੰ ਵੀ
ਆਪਣੇ YouTube ਤੇ ਤੁਸੀਂ ਦੇਖ ਪਾ ਰਹੇ ਹੋ। ਤੇ ਜਿਹੜੀ ਵੀ ਵੀਡੀਓ ਅਸੀਂ YouTube ਤੇ ਜਦੋਂ ਵੇਖਦੇ ਹਾਂ ਤੇ ਉਸ ਦੀ ਇੱਕ ਸਟ੍ਰੀਮਿੰਗ ਹੁੰਦੀ ਹੈ। ਸਟ੍ਰੀਮਿੰਗ ਦਾ ਭਾਵ ਪਹਿਲਾਂ ਵੀਡੀਓ ਦਾ ਕੁਝ ਪਾਰਟ ਡਾਊਨਲੋਡ ਹੁੰਦਾ ਹੈ, ਉਹਨੂੰ ਤੁਸੀਂ ਦੇਖ ਪਾਉਂਦੇ ਹੋ। ਜਿੱਦਾਂ ਅਗਲਾ ਪਾਰਟ ਜਿੱਦਾਂ ਨਾਲ ਦੀ ਨਾਲ ਤੁਹਾਡਾ ਜਿਹੜਾ ਪਾਰਟ ਆ ਉਹ ਤੁਹਾਡੇ ਮੋਬਾਈਲ ਤੇ ਲੋਡ ਹੁੰਦਾ ਰਹਿੰਦਾ ਹੈ। ਤੁਸੀਂ ਉਸ ਤਰ੍ਹਾਂ ਵੀਡੀਓ ਨੂੰ ਚਲਾ ਕੇ ਦੇਖਦੇ ਰਹਿੰਦੇ ਹੋ। ਤੇ ਜਿਹੜੇ ਆਨਲਾਈਨ ਵੀਡੀਓ ਸਟ੍ਰੀਮਿੰਗ ਸਾਨੂੰ ਕੀ ਕਹਿੰਦਾ ਹੈ, ਜਦੋਂ ਵੀ ਅਸੀਂ ਕਿਸੇ ਵੀ ਵੀਡੀਓ ਨੂੰ ਆਪਣੇ ਮੋਬਾਈਲ ਜਾਂ ਡੈਸਕਟਾਪ ਕੰਪਿਊਟਰ ਤੇ YouTube ਰਾਹੀਂ ਵੇਖਦੇ ਹਾਂ ਤੇ ਤੁਹਾਡੇ ਨਾਲ ਸੰਬੰਧਿਤ ਜੋ ਵੀ ਜਾਣਕਾਰੀ ਹੈ ਵੀ ਤੁਸੀਂ ਕਿਸ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਹੈ ਉਹ ਆਪਣੇ YouTube ਸਰਚ ਕਰਦੇ ਹੋ ਜਾਂ ਕਿਸ ਤਰ੍ਹਾਂ ਦੀ ਵੀਡੀਓ ਵੇਖਦੇ ਹੋ, ਉਹ ਸਾਰੀ ਜਿਹੜੀ ਯੂਜ਼ਰ ਦੀ ਜਾਣਕਾਰੀ ਹੈ ਉਹ ਆਨਲਾਈਨ ਵੀਡੀਓ ਸਟ੍ਰੀਮਿੰਗ ਦੇ ਰਾਹੀਂ ਕਿਸੇ ਡਾਟਾਬੇਸ ਵਿੱਚ ਰਿਕਾਰਡ ਹੁੰਦੀ ਰਹਿੰਦੀ ਹੈ। ਉਸ ਤੋਂ ਬਾਅਦ ਅਗਲਾ ਪੁਆਇੰਟ ਹੈ ਆਨਲਾਈਨ ਗੇਮਿੰਗ ਵਿੱਚ ਡਾਟਾਬੇਸ ਦੀ ਵਰਤੋਂ। ਹੁਣ ਜਿੱਦਾਂ ਕਿ ਅਸੀਂ ਕਾਫੀ ਸਾਰੇ ਜਿਹੜੇ ਯੂਜ਼ਰ ਜਾਂ ਲੋਕ ਹੈ ਉਹ ਆਨਲਾਈਨ ਜਿਹੜੀਆਂ ਗੇਮਸ ਆ ਉਹ ਖੇਡਦੇ ਆ। ਜਿੱਦਾਂ PUBG ਅਗਰ ਅਸੀਂ PUBG ਗੇਮ ਦੀ ਗੱਲ ਕਰੀਏ ਤਾਂ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਵਾ ਕਿ PUBG ਦੇ ਵਿੱਚ ਇੱਕ ਵਾਰ ਵਿੱਚ ਹੀ ਕਾਫੀ ਸਾਰੇ ਜਾਂ ਹਜ਼ਾਰਾਂ ਜਿਹੜੇ ਯੂਜ਼ਰ ਹੈ ਉਹ ਗੇਮ ਖੇਡ ਰਹੇ ਹੁੰਦੇ ਹਨ। ਤੇ ਤੁਸੀਂ ਕਦੀ ਸੋਚਿਆ ਵੀ ਇੰਨੇ ਸਾਰੇ ਜਿਹੜੇ ਯੂਜ਼ਰ ਹੈ ਤੇ ਉਹਨਾਂ ਦੇ ਜਿਹੜੇ ਨਾਮ ਹੈ ਉਹ ਤੁਹਾਡੀ ਗੇਮਿੰਗ ਹਿਸਟਰੀ ਵਿੱਚ ਕਿਵੇਂ ਸ਼ੋ ਹੋ ਰਹੇ ਹੁੰਦੇ ਹਨ? ਤਾਂ ਇਹ ਸਾਰਾ ਜਿਹੜਾ ਡਾਟਾ ਹੈ ਉਹ ਡਾਟਾਬੇਸ ਰਾਹੀਂ ਹੀ ਇਹ ਸਾਰਾ ਸੰਭਵ ਹੋ ਸਕਦਾ ਹੈ। ਤਾਂ ਹੀ ਜਦੋਂ ਵੀ ਅਸੀਂ ਆਨਲਾਈਨ ਗੇਮਿੰਗ ਜਾਂ PUBG ਗੇਮ ਖੇਡਦੇ ਹਾਂ ਉਸ ਵਿੱਚ ਹਰੇਕ ਯੂਜ਼ਰ ਦੇ ਕਿੰਨੇ ਸਕੋਰ ਹੈ ਉਹ ਸਾਰਾ ਸਾਨੂੰ ਇਸ ਡਾਟਾਬੇਸ ਰਾਹੀਂ ਹੀ ਵਿਖਾਈ ਜਾਂ ਦਿਖਾਈ ਦਿੰਦਾ ਹੈ। ਤੀਸਰਾ ਸਾਡੇ ਕੋਲ ਪੁਆਇੰਟ ਹੈ ਸ਼ੇਅਰ ਮਾਰਕੀਟ। ਜਿਵੇਂ ਕਿ ਅਸੀਂ ਹੁਣ ਜਾਣਦੇ ਹਾਂ ਵੀ ਸਟਾਕ ਮਾਰਕੀਟ ਵਿੱਚ ਸੈਂਕੜਿਆਂ ਦੀ ਤਾਦਾਦ ਵਿੱਚ ਜਿਹੜੀ ਕੰਪਨੀਆਂ ਨੇ ਉਹ ਰਜਿਸਟਰਡ ਨੇ ਅਤੇ ਇਹਨਾਂ ਦੇ ਸ਼ੇਅਰ ਹਰ ਸੈਕਿੰਡ ਵਿੱਚ ਵਾਧੇ ਘਟਦੇ ਰਹਿੰਦੇ ਹਨ ਅਤੇ ਹਰ ਦਿਨ ਇਹਨਾਂ ਦੇ ਵਿੱਚ ਅਰਬਾਂ ਦਾ ਜਿਹੜਾ ਲੈਣ ਦੇਣ ਉਹ ਹੁੰਦਾ ਰਹਿੰਦਾ ਹੈ। ਤੇ ਜਿੰਨੇ ਵੀ ਜੋ ਵੀ ਹਿਸਾਬ ਕਿਤਾਬ ਇਹ ਹੁੰਦਾ ਹੈ ਕਿੱਥੇ ਸਟੋਰ ਹੁੰਦਾ ਹੋਏਗਾ, ਤਾਂ ਇਹ ਸਾਰਿਆਂ ਦੇ ਲਈ ਡਾਟਾਬੇਸ ਦੀ ਵਰਤੋਂ ਕੀਤੀ ਜਾਂਦੀ ਹੈ। ਬਿਨਾਂ ਡਾਟਾਬੇਸ ਤੋਂ ਸ਼ੇਅਰ ਮਾਰਕੀਟ ਦੇ ਵਿੱਚ ਜੋ ਵੀ ਲੈਣ ਦੇਣ ਹੈ ਉਹਦਾ ਰਿਕਾਰਡ ਰੱਖਣਾ ਮੁਮਕਿਨ ਜਾਂ ਪੋਸੀਬਲ ਨਹੀਂ ਹੈ। ਉਸ ਤੋਂ ਬਾਅਦ ਆਧਾਰ ਕਾਰਡ। ਜਿਵੇਂ ਕਿ ਆਧਾਰ ਕਾਰਡ ਦੀ ਜੇਕਰ ਗੱਲ ਕਰੀਏ ਤੇ ਆਧਾਰ ਕਾਰਡ ਵਿੱਚ ਸਾਡਾ ਨਾਂ, ਜਨਮ ਮਿਤੀ, ਮਾਤਾ ਪਿਤਾ ਦਾ ਨਾਂ, ਇੱਥੋਂ ਤੱਕ ਕਿ ਸਾਡੀ ਉਂਗਲੀਆਂ ਦੇ ਜਿਹੜੇ ਨਿਸ਼ਾਨ, ਅੱਖਾਂ ਦੇ ਰਟੀਨਾ ਦੇ ਨਿਸ਼ਾਨ, ਇਹ ਸਾਰੀਆਂ ਜਿਹੜੀਆਂ ਜਾਣਕਾਰੀਆਂ ਸਾਡੇ ਆਧਾਰ ਕਾਰਡ ਵਿੱਚ ਸਟੋਰ ਹੁੰਦੀਆਂ ਹਨ। ਅਤੇ ਸਾਰੀਆਂ ਜਾਣਕਾਰੀਆਂ ਕਿੱਥੇ ਸਟੋਰ ਹੁੰਦੀਆਂ ਹਨ? ਇਹ ਵੀ ਸਾਰੀਆਂ ਡਾਟਾਬੇਸ ਵਿੱਚ ਸਟੋਰ ਕੀਤੀਆਂ ਜਾਂਦੀਆਂ ਹਨ। ਤੇ ਆਧਾਰ ਕਾਰਡ ਦੇ ਵਿੱਚ ਜੋ ਵੀ ਇਨਫੋਰਮੇਸ਼ਨ ਹੈ ਉਸ ਦੇ ਲਈ ਵੀ ਡਾਟਾਬੇਸ ਜਿਹੜੀ ਵਰਤੋਂ ਹੈ ਉਹ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਰੇਲਵੇ ਰਿਜ਼ਰਵੇਸ਼ਨ ਸਿਸਟਮ। ਜਿਵੇਂ ਕਿ ਟਿਕਟ ਬੁਕਿੰਗ ਤੋਂ ਲੈ ਕੇ ਟ੍ਰੇਨ ਦੀ ਲਾਈਵ ਸਟੇਟਸ, ਵੀ ਟ੍ਰੇਨ ਕਿਹੜੀ ਜਗ੍ਹਾ ਤੇ ਪਹੁੰਚੀ ਹੈ ਜਾਂ ਕਿਸ ਸਟੇਸ਼ਨ ਤੋਂ ਚੱਲ ਪਈ ਹੈ, ਇਹ ਸਾਰੀ ਜਾਣਕਾਰੀ ਰੱਖਣ ਲਈ ਵੀ ਜਿਹੜਾ ਡਾਟਾਬੇਸ ਹੈ ਉਸ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਫਲਾਈਟ ਰਿਜ਼ਰਵੇਸ਼ਨ ਸਿਸਟਮ ਵਿੱਚ ਰੇਲਵੇ ਦੀ ਜਗ੍ਹਾ ਜੇਕਰ ਆਪਾਂ ਫਲਾਈਟ ਦੀ ਗੱਲ ਕਰੀਏ ਤਾਂ ਫਲਾਈਟ ਦੀ ਹਰ ਇੱਕ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਜਾਂ ਸਟੋਰ ਕਰਨ ਲਈ ਵੀ ਡਾਟਾਬੇਸ ਦੀ ਜ਼ਰੂਰਤ ਪੈਂਦੀ ਹੈ। ਉਸ ਤੋਂ ਬਾਅਦ ਸਾਡੇ ਕੋਲ ਅਗਲਾ ਪੁਆਇੰਟ ਹੈ ਬੈਂਕਿੰਗ। ਅਸੀਂ ਰੋਜ਼ਾਨਾ ਬੈਂਕਾਂ ਦੇ ਮਾਧਿਅਮ ਦੇ ਨਾਲ ਹਜ਼ਾਰਾਂ ਦਾ ਜਿਹੜਾ ਲੈਣ ਦੇਣ ਹੈ ਉਹ ਕਰਦੇ ਹਾਂ ਅਤੇ ਅਸੀਂ ਬਿਨਾਂ ਬੈਂਕ ਜਾਏ ਆਪਣੇ ਮੋਬਾਈਲ ਦੇ ਵਿੱਚ ਕਿਸੇ ਐਪ ਜਾਂ ਨੈੱਟ ਬੈਂਕਿੰਗ ਰਾਹੀਂ ਇਹ ਸਾਰਾ ਕੰਮ ਅਸੀਂ ਕਰ ਲੈਂਦੇ ਹਾਂ। ਤਾਂ ਬੈਂਕਿੰਗ ਜਿਹੜੀ ਆ ਉਹ ਇੰਨੀ ਆਸਾਨ ਹੋ ਗਈ ਹੈ ਕਿ ਅਸੀਂ ਘਰ ਬੈਠੇ ਹੀ ਕਿਸੇ ਨੂੰ ਵੀ ਪੈਸੇ ਜਿਹੜੇ ਆ ਭੇਜ ਜਾਂ ਪ੍ਰਾਪਤ ਕਰ ਸਕਦੇ ਹਾਂ। ਤੇ ਇਹ ਸਾਰਾ ਡਾਟਾਬੇਸ ਦੀ ਵਜ੍ਹਾ ਦੇ ਨਾਲ ਹੀ ਸੰਭਵ ਹੈ, ਜੋ ਸਾਰੇ ਬੈਂਕ ਲੈਣ ਦੇਣ ਨੂੰ ਜਿਹੜੇ ਮੈਨੇਜਮੈਂਟ ਵੱਲੋਂ ਕੀ ਕੀਤਾ ਜਾਂਦਾ ਉਹ ਹੈਂਡਲ ਜਾਂ ਉਹਦਾ ਪ੍ਰਬੰਧਨ ਕੀਤਾ ਜਾਂਦਾ ਹੈ। ਸੋ ਬੈਂਕਿੰਗ ਦੇ ਵਿੱਚ ਜੋ ਵੀ ਆਪਾਂ ਟ੍ਰਾਂਜੈਕਸ਼ਨ ਕਰਦੇ ਹਾਂ ਉਸ ਦੇ ਲਈ ਵੀ ਡਾਟਾਬੇਸ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਸੋਸ਼ਲ ਮੀਡੀਆ। ਅਸੀਂ ਫੇਸਬੁੱਕ, ਟਵਿੱਟਰ, ਗੂਗਲ ਪਲੱਸ ਵਰਗੀਆਂ ਜਿਹੜੀ ਸੋਸ਼ਲ ਵੈਬਸਾਈਟ ਹੈ ਉਹਨਾਂ ਨੂੰ ਦੇਖਦੇ ਹੀ ਹਾਂ ਤੇ ਅਸੀਂ ਉਹਨਾਂ ਵਿੱਚ ਆਪਣੇ ਜਿਹੜੇ ਵਿਚਾਰ ਉਹਨਾਂ ਨੂੰ ਸਾਂਝਾ ਕਰਦੇ ਹਾਂ ਜਾਂ ਆਪਣੇ ਦੋਸਤਾਂ ਦੇ ਨਾਲ ਆਪਾਂ ਜੁੜੇ ਰਹਿੰਦੇ ਹਾਂ। ਤੇ ਇਹਨਾਂ ਸੋਸ਼ਲ ਮੀਡੀਆ ਪਲੇਟਫਾਰਮ ਵਿੱਚ ਸਾਨੂੰ ਲੱਖਾਂ ਜਿਹੜੇ ਉਹਨਾਂ ਨੂੰ ਵਰਤਣ ਵਾਲੇ ਆ ਉਹਨਾਂ ਨੇ ਉਹਦੇ ਵਿੱਚ ਆਪਣਾ ਅਕਾਊਂਟ ਬਣਾਇਆ ਹੋਇਆ ਤੇ ਉਹ ਆਪਣੇ ਉਸ ਅਕਾਊਂਟ ਦੇ ਰਾਹੀਂ ਜਿਹੜੀਆਂ ਜਾਣਕਾਰੀਆਂ ਉਹ ਇਕੱਠਾ ਕਰਦੇ ਆ ਤੇ ਉਹਨਾਂ ਨੂੰ ਆਪਣੇ ਸਗੇ ਸੰਬੰਧੀਆਂ ਜਾਂ ਰਿਸ਼ਤੇਦਾਰਾਂ ਤੱਕ ਪਹੁੰਚਾਉਂਦੇ ਆ। ਤੇ ਉਹਦੇ ਵਿੱਚ ਜਿਹੜਾ ਡਾਟਾ ਆ ਉਹ ਹਮੇਸ਼ਾ ਲਈ ਉੱਥੇ ਸਟੋਰ ਰਹਿੰਦਾ ਹੈ ਤੇ ਉਸ ਡਾਟੇ ਨੂੰ ਵੀ ਸਟੋਰ ਕਰਨ ਲਈ ਡਾਟਾਬੇਸ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਆਨਲਾਈਨ ਸ਼ਾਪਿੰਗ।
ਆਨਲਾਈਨ ਸ਼ਾਪਿੰਗ 'ਚ ਆਪਾਂ ਐਗਜ਼ਾਮਪਲ ਲੈ ਸਕਦੇ ਜਾਂ ਈ-ਕਮਰਸ। ਅਸੀਂ ਘਰ ਬੈਠੇ ਜਿੱਦਾਂ ਫਲਿੱਪਕਾਰਟ ਹੈ, ਸਨੈਪਡੀਲ ਹੈ ਜਾਂ ਐਮਾਜ਼ੋਨ ਹੈ, ਅਸੀਂ ਇਹਨਾਂ ਸਾਈਟਾਂ ਦੀ ਵਰਤੋਂ ਕਰਕੇ ਅਸੀਂ ਕੋਈ ਵੀ ਜਿਹੜਾ ਸਮਾਨ ਅਸੀਂ ਆਨਲਾਈਨ ਮੰਗਾ ਲੈਂਦੇ ਹਾਂ। ਤੇ ਜੋ ਵੀ ਸਮਾਨ ਅਸੀਂ ਮੰਗਾਉਂਦੇ ਹਾਂ, ਲਾਸਟ ਟਾਈਮ ਅਸੀਂ ਕਿਹੜਾ ਸਮਾਨ ਮੰਗਾਇਆ, ਉਸ ਦੀ ਕਿੰਨੀ ਪੇਮੈਂਟ ਕਰਨੀ ਪਈ, ਜਾਂ ਉਸ ਤੋਂ ਇਲਾਵਾ ਹੋਰ ਆਪਾਂ ਕਿਹੜਾ ਲੈਣ ਦੇਣ ਕੀਤਾ ਹੈ, ਉਹ ਸਾਰੀ ਜਿਹੜੀ ਡਿਟੇਲ ਹੈ ਉਹ ਸਾਡੇ ਅਕਾਊਂਟ ਦੇ ਵਿੱਚ ਉਸ ਵੈਬਸਾਈਟ ਦੇ ਵਿੱਚ ਸਟੋਰ ਹੁੰਦੀ ਹੈ। ਤੇ ਇਸ ਸਾਰੀਆਂ ਚੀਜ਼ਾਂ ਲਈ ਵੀ ਉਹ ਜਿਹੜਾ ਡਾਟਾਬੇਸ ਉਸ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਕਾਲਜ ਜਾਂ ਯੂਨੀਵਰਸਿਟੀ ਵਿੱਚ, ਕਾਲਜ ਦੇ ਵਿੱਚ ਇੱਕ ਸਟੂਡੈਂਟ ਤੋਂ ਲੈ ਕੇ ਕਰਮਚਾਰੀਆਂ ਦੀ ਹਰ ਇੱਕ ਜਿਹੜੀ ਜਾਣਕਾਰੀ ਹੈ ਉਹ ਡਾਟਾਬੇਸ ਵਿੱਚ ਸਟੋਰ ਕਰਕੇ ਰੱਖੀ ਜਾਂਦੀ ਹੈ। ਉਸ ਤੋਂ ਬਾਅਦ ਲਾਇਬ੍ਰੇਰੀ ਮੈਨੇਜਮੈਂਟ ਸਿਸਟਮ। ਲਾਇਬ੍ਰੇਰੀ ਮੈਨੇਜਮੈਂਟ ਸਿਸਟਮ ਵਿੱਚ ਜਿੱਦਾਂ ਕੋਈ ਮੈਂਬਰ ਨੇ ਕਿਹੜੀ ਬੁੱਕ ਪੜ੍ਹੀ ਜਾਂ ਕਿਹੜੀ ਬੁੱਕ ਉਹਨੂੰ ਇਸ਼ੂ ਕਰਵਾਈ, ਜਾਂ ਉਸ ਨੂੰ ਕਿਤਾਬਾਂ ਦੀ ਜਾਣਕਾਰੀ, ਉਸ ਤੋਂ ਇਲਾਵਾ ਉਸ ਲਾਇਬ੍ਰੇਰੀ ਵਿੱਚ ਕਿਹੜੀ ਕਿਤਾਬ ਹੈ, ਉਹ ਸਾਰਾ ਜਿਹੜਾ ਰਿਕਾਰਡ ਹੈ ਉਸ ਨੂੰ ਵੀ ਸੇਵ ਕਰਨ ਲਈ ਸਾਨੂੰ ਡਾਟਾਬੇਸ ਦੀ ਜਿਹੜੀ ਜ਼ਰੂਰਤ ਹੈ ਉਹ ਪੈਂਦੀ ਹੈ, ਜਿਸ ਦੇ ਰਾਹੀਂ ਅਸੀਂ ਇਹ ਸਾਰੇ ਡਾਟੇ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਉਸ ਤੋਂ ਬਾਅਦ ਸਾਡਾ ਹਸਪੀਟਲ ਮੈਨੇਜਮੈਂਟ ਸਿਸਟਮ। ਹਸਪੀਟਲ ਦੇ ਡਾਕਟਰ ਜਾਂ ਵੱਖ-ਵੱਖ ਜਿਹੜੇ ਸਟਾਫ ਹੈ, ਉਸ ਤੋਂ ਇਲਾਵਾ ਜਿਹੜੇ ਮਰੀਜ਼ ਹੈ ਜਾਂ ਉਹਨਾਂ ਦੀ ਜਿਹੜੀਆਂ ਬਿਮਾਰੀਆਂ ਹੈ, ਉਹ ਸਾਰਿਆਂ ਨਾਲ ਜਿਹੜਾ ਸੰਬੰਧਿਤ ਹੈ ਡਾਟਾ ਜਿਹੜਾ ਉਹ ਵੀ ਡਾਟਾਬੇਸ ਦੇ ਮਾਧਿਅਮ ਨਾਲ ਹੀ ਉੱਥੇ ਸਾਂਭ ਕੇ ਜਾਂ ਸਟੋਰ ਕਰਕੇ ਰੱਖਿਆ ਜਾਂਦਾ ਹੈ। ਉਸ ਤੋਂ ਬਾਅਦ ਲਾਸਟ ਪੁਆਇੰਟ ਹੈ ਦੂਰ ਸੰਚਾਰ। ਕੋਈ ਵੀ ਦੂਰ ਸੰਚਾਰ ਕੰਪਨੀ ਬਿਨਾਂ ਡਾਟਾਬੇਸ ਤੋਂ ਆਪਣਾ ਜਿਹੜਾ ਬਿਜ਼ਨਸ ਹੈ ਉਸ ਦੇ ਬਾਰੇ ਸੋਚ ਨਹੀਂ ਸਕਦੀ। ਇਹ ਕੰਪਨੀਆਂ ਆਪਣੀ ਕਾਲ ਡਿਟੇਲ ਜਾਂ ਮਾਸਿਕ ਬਿੱਲ ਵਰਗੀਆਂ ਜਿਹੜੀਆਂ ਸਾਰੀਆਂ ਜਾਣਕਾਰੀਆਂ ਆਪਣੇ ਕੋਲ ਰੱਖਦੀਆਂ ਨੇ। ਇਸ ਤੋਂ ਇਲਾਵਾ ਇਹ ਜਿਹੜੀ ਜਾਣਕਾਰੀ ਹੈ ਉਹ ਕਈ ਜਗ੍ਹਾ ਤੇ ਡਾਟਾਬੇਸ ਵਿੱਚ ਸਟੋਰ ਹੋ ਸਕਦੀਆਂ ਹਨ। ਤਾਂ ਇਹ ਸੀਗਾ ਸਾਡੇ ਡਾਟਾਬੇਸ ਐਪਲੀਕੇਸ਼ਨ ਦੀ ਵਰਤੋਂ। ਅਸੀਂ ਕਿਹੜੇ ਖੇਤਰਾਂ ਵਿੱਚ ਡਾਟਾਬੇਸ ਦੀ ਵਰਤੋਂ ਕਰਕੇ ਆਪਣਾ ਡਾਟਾ ਹੈ ਉਸ ਨੂੰ ਸੁਰੱਖਿਅਤ ਜਾਂ ਸਟੋਰ ਕਰ ਸਕਦੇ ਹਾਂ। ਤਾਂ ਬਿਨਾਂ ਡਾਟਾਬੇਸ ਦੇ ਇਹ ਸਾਰੇ ਜਿਹੜਾ ਜਿਸ ਭਾਗ 'ਚ ਅਸੀਂ ਗੱਲ ਕੀਤੀ ਹੈ ਕੁਝ ਵੀ ਪੋਸੀਬਲ ਨਹੀਂ ਹੋ ਸਕਦਾ। ਹੁਣ ਅੱਗੇ ਅਸੀਂ ਪੜਾਂਗੇ ਫਾਈਲ ਪ੍ਰੋਸੈਸਿੰਗ ਸਿਸਟਮ। ਕਾਗਜ਼ਾਂ ਉੱਪਰ ਦਰਜ ਕੀਤੇ ਹੋਏ ਰਿਕਾਰਡ ਨੂੰ ਕੰਪਿਊਟਰ ਵਿੱਚ ਫਾਈਲਾਂ ਦੇ ਰੂਪ ਵਿੱਚ ਸਟੋਰ ਕਰਨ ਦੀ ਪ੍ਰਕਿਰਿਆ ਨੂੰ ਅਸੀਂ ਫਾਈਲ ਪ੍ਰੋਸੈਸਿੰਗ ਸਿਸਟਮ ਕਹਿੰਦੇ ਹਨ। ਇਸ ਸਿਸਟਮ ਵਿੱਚ ਇੱਕੋ ਤਰ੍ਹਾਂ ਦੇ ਡਾਟੇ ਨੂੰ ਵੱਖ-ਵੱਖ ਫਾਈਲਾਂ ਵਿੱਚ ਕਾਪੀ ਕਰਕੇ ਰੱਖਿਆ ਜਾਂਦਾ ਸੀ, ਜਿਸ ਕਰਕੇ ਇਸ ਵਿੱਚ ਡਾਟੇ ਦੀ ਡੁਪਲੀਕੇਸੀ ਹੋਣ ਦਾ ਖਤਰਾ ਬਣਿਆ ਰਹਿੰਦਾ ਸੀ। ਇਸ ਵਿੱਚ ਇੱਕੋ ਤਰ੍ਹਾਂ ਦੇ ਡਾਟੇ ਨੂੰ ਕਈ ਵਾਰ ਇੱਕ ਫਾਈਲ ਵਿੱਚ ਅਪਡੇਟ ਕਰ ਦਿੱਤਾ ਜਾਂਦਾ ਸੀ, ਪਰ ਦੂਜੀ ਫਾਈਲ ਵਿੱਚ ਇਹ ਅਪਡੇਟ ਕਰਨ ਤੋਂ ਰਹਿ ਜਾਂਦਾ ਸੀ, ਜਿਸ ਕਰਕੇ ਡਾਟਾ ਦੀ ਇਕਸਾਰਤਾ ਖਤਮ ਹੋ ਜਾਂਦੀ ਸੀ। ਹੁਣ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਚਿੱਤਰ ਵਿੱਚ ਇੱਕ ਡਾਟਾਬੇਸ ਹੈ, ਫਾਈਲ ਸਿਸਟਮ ਹੈ, ਉੱਪਰ DBMS ਹੈ, ਸਭ ਤੋਂ ਉੱਪਰ ਹੈਗੇ ਐਪਲੀਕੇਸ਼ਨ ਪ੍ਰੋਗਰਾਮ, ਜਿਨ੍ਹਾਂ ਦੇ ਰਾਹੀਂ ਅਸੀਂ DBMS ਦੀ ਵਰਤੋਂ ਕਰਦੇ ਹੋਏ ਡਾਟਾਬੇਸ ਵਿੱਚ ਜਿਹੜਾ ਡਾਟਾ ਹੈ ਉਹ ਸਟੋਰ ਕਰਦੇ ਹਾਂ। ਤੇ ਫਾਈਲ ਪ੍ਰੋਸੈਸਿੰਗ ਸਿਸਟਮ ਸਾਨੂੰ ਕੀ ਕਹਿ ਰਿਹਾ ਹੈ, ਇਹਦੇ ਵਿੱਚ ਜਦੋਂ ਕਾਗਜ਼ਾਂ ਉੱਪਰ ਜਿਹੜਾ ਰਿਕਾਰਡ ਦਰਜ ਹੁੰਦਾ ਹੈ ਉਸ ਨੂੰ ਅਸੀਂ ਕਿਸੇ ਮਾਧਿਅਮ ਦੇ ਰਾਹੀਂ ਜਦੋਂ ਅਸੀਂ ਕੰਪਿਊਟਰ ਵਿੱਚ ਫਾਈਲਾਂ ਬਣਾ ਕੇ ਉਸ ਵਿੱਚ ਉਸ ਡਾਟੇ ਨੂੰ ਸਟੋਰ ਕਰ ਦਿੰਦੇ ਹਾਂ। ਤਾਂ ਇੱਦਾਂ ਹੋ ਸਕਦਾ ਹੈ ਕਿ ਦੋ ਫਾਈਲਾਂ ਅਸੀਂ ਬਣਾਈਆਂ ਹੋਈਆਂ ਹਨ। ਮੰਨ ਲਓ ਅਸੀਂ ਦੋ ਫਾਈਲਾਂ ਬਣਾਈਆਂ ਹੋਈਆਂ ਹਨ। ਅਸੀਂ ਪਹਿਲੀ ਫਾਈਲ ਵਿੱਚ ਕਿਸੇ ਦਾ ਜਿਹੜਾ ਰਿਕਾਰਡ ਹੈ ਉਸ ਦੇ ਵਿੱਚ ਕੋਈ ਮੁੱਲ ਹੈ ਉਹ ਅਪਡੇਟ ਕਰ ਦਿੰਦੇ ਹਾਂ, ਪਰ ਜਿਹੜੀ ਦੂਸਰੀ ਫਾਈਲ ਹੈ ਉਸ ਵਿੱਚ ਉਹ ਡਾਟਾ ਹੈ ਜਾਂ ਮੁੱਲ ਹੈ ਉਹ ਅਪਡੇਟ ਕਰਨ ਤੋਂ ਰਹਿ ਜਾਂਦਾ ਹੈ। ਤਾਂ ਉਸ ਕੇਸ ਵਿੱਚ ਕੀ ਹੋ ਸਕਦਾ ਹੈ, ਜਦੋਂ ਅਸੀਂ ਉਸ ਰਿਕਾਰਡ ਨੂੰ ਸਰਚ ਕਰਾਂਗੇ ਤਾਂ ਉਹ ਕੀ ਕਰੇਗਾ, ਉਹ ਦੋਵੇਂ ਵੱਖ-ਵੱਖ ਜਿਹੜੇ ਮੁੱਲ ਹੈ ਉਹ ਸਾਡੀ ਸਕਰੀਨ 'ਤੇ ਉਹ ਪ੍ਰਦਰਸ਼ਿਤ ਕਰ ਦੇਗਾ। ਤਾਂ ਇਸ ਨਾਲ ਕੀ ਹੁੰਦਾ ਹੈ, ਜਿਹੜਾ ਡਾਟਾ ਹੈ ਉਸਦੀ ਇਕਸਾਰਤਾ ਖਤਮ ਹੋ ਜਾਂਦੀ ਹੈ। ਇਕਸਾਰਤਾ ਦਾ ਮਤਲਬ ਦੋ ਫਾਈਲਾਂ ਦੋਵੇਂ 'ਚੋਂ ਵੱਖ-ਵੱਖ ਡਾਟਾ ਸਾਨੂੰ ਸ਼ੋ ਕਰ ਰਿਹਾ ਹੈ। ਹੁਣ ਅਸੀਂ ਫਾਈਲ ਪ੍ਰੋਸੈਸਿੰਗ ਸਿਸਟਮ ਦਾ ਲਾਭ ਪੜ੍ਹ ਲੈਂਦੇ ਹਾਂ। ਤਾਂ ਫਾਈਲ ਪ੍ਰੋਸੈਸਿੰਗ ਸਿਸਟਮ ਜਿਹੜਾ ਪਹਿਲਾ ਲਾਭ ਹੈ ਉਹ ਸਾਡੇ ਕੋਲ ਹੈ ਬੈਕਅਪ ਰੱਖਣਾ। ਕੰਪਿਊਟਰ ਸਿਸਟਮ ਵਿੱਚ ਫਾਈਲ ਨੂੰ ਅਸੀਂ ਡਾਟਾਬੇਸ ਵਿੱਚ ਸਟੋਰ ਕਰਦੇ ਹਾਂ, ਜਿਸ ਦਾ ਜਿਹੜਾ ਡਾਟਾ ਹੈ ਜਾਂ ਉਸਦਾ ਜਿਹੜਾ ਬੈਕਅਪ ਹੈ ਉਹ ਅਸੀਂ ਤੇਜ਼ ਅਤੇ ਆਟੋਮੈਟਿਕ ਤਰੀਕੇ ਨਾਲ ਲੈ ਸਕਦੇ ਹਾਂ। ਉਸ ਤੋਂ ਬਾਅਦ ਹੈ ਕੰਪੈਕਟਨੈਸ। ਇਸ ਵਿੱਚ ਜਿਹੜਾ ਡਾਟਾ ਹੈ ਬਹੁਤ ਹੀ ਗੁੰਝਲਦਾਰ ਤਰੀਕੇ ਦੇ ਨਾਲ ਸਟੋਰ ਕੀਤਾ ਜਾ ਸਕਦਾ ਹੈ। ਤੀਸਰਾ ਹੈ ਡਾਟਾ ਨੂੰ ਰਿਟਰੀਵ ਕਰਨਾ। ਇਸ ਵਿੱਚ ਅਸੀਂ ਡਾਟਾ ਨੂੰ ਕਾਫੀ ਸਾਰੀਆਂ ਵਿਧੀਆਂ ਰਾਹੀਂ ਡਾਟਾ ਨੂੰ ਡਾਟਾਬੇਸ ਵਿੱਚੋਂ ਰੀਡ ਜਾਂ ਪੜ੍ਹ ਸਕਦੇ ਹਾਂ। ਉਸ ਤੋਂ ਬਾਅਦ ਐਡੀਟਿੰਗ ਸਾਨੂੰ ਦੱਸਦਾ ਹੈ
ਕੰਪਿਊਟਰ ਵਿੱਚ ਮੌਜੂਦ ਜਿਹੜੀਆਂ ਫਾਈਲਾਂ ਨੇ ਉਹਨਾਂ ਵਿੱਚ ਜੋ ਵੀ ਸੂਚਨਾ ਮੌਜੂਦ ਨੇ ਅਸੀਂ ਉਹਨਾਂ ਵਿੱਚ ਕੁਝ ਵੀ ਜਿਹੜਾ ਬਦਲਾਅ ਹੈ ਉਹ ਆਸਾਨੀ ਦੇ ਨਾਲ ਕਰ ਸਕਦੇ ਹਾਂ। ਅਗਲਾ ਹੈ ਰਿਮੋਟ ਐਕਸੈਸ। ਸੋ ਰਿਮੋਟ ਐਕਸੈਸ ਸਾਨੂੰ ਦੱਸਦਾ ਹੈ ਸਾਡਾ ਜਿਹੜਾ ਡਾਟਾ ਹੈ ਉਹ ਕਿਸੇ ਵੀ ਜਗ੍ਹਾ 'ਤੇ ਮੌਜੂਦ ਹੋਵੇ, ਅਸੀਂ ਕਿਸੇ ਵੀ ਜਗ੍ਹਾ 'ਤੇ ਜਾ ਕੇ ਇਸ ਡਾਟੇ ਤੱਕ ਜਿਹੜੀ ਪਹੁੰਚ ਹੈ ਉਹ ਕਰ ਸਕਦੇ ਹਾਂ। ਲਾਸਟ ਸਾਡੇ ਕੋਲ ਪੁਆਇੰਟ ਹੈ ਸ਼ੇਅਰਿੰਗ। ਸ਼ੇਅਰਿੰਗ ਸਾਨੂੰ ਦੱਸਦਾ ਹੈ ਕਿ ਕੰਪਿਊਟਰ ਸਿਸਟਮ ਦੀ ਜਿਹੜੀ ਫਾਈਲ ਹੈ ਜੋ ਕਿ ਜਿਸ ਵਿੱਚ ਜਿਹੜਾ ਡਾਟਾ ਹੈ ਉਹ ਸਟੋਰ ਹੋਇਆ ਤਾਂ ਬਹੁਤ ਸਾਰੇ ਯੂਜ਼ਰ ਇਸ ਡਾਟੇ ਨੂੰ ਸੇਮ ਟਾਈਮ 'ਤੇ ਸ਼ੇਅਰ ਕਰ ਸਕਦੇ ਆ ਜਾਂ ਇਸ ਵਿੱਚ ਕੁਝ ਵੀ ਡਾਟੇ ਨੂੰ ਐਡ ਵੀ ਕਰ ਸਕਦੇ ਆ। ਉਸ ਤੋਂ ਬਾਅਦ ਅਗਲਾ ਸਾਡੇ ਕੋਲ ਹੈ ਫਾਈਲ ਪ੍ਰੋਸੈਸਿੰਗ ਸਿਸਟਮ ਦੀਆਂ ਹਾਨੀਆਂ। ਸਭ ਤੋਂ ਪਹਿਲਾਂ ਸਾਡੇ ਕੋਲ ਫਾਈਲ ਪ੍ਰੋਸੈਸਿੰਗ ਸਿਸਟਮ ਦੀ ਜਿਹੜੀ ਖਾਮੀ ਹੈ ਜਾਂ ਹਾਨੀਆਂ ਹੈ ਡਾਟਾ ਮੈਪਿੰਗ ਅਤੇ ਐਕਸੈਸ। ਸੋ ਡਾਟਾ ਮੈਪਿੰਗ ਅਤੇ ਐਕਸੈਸ ਸਾਨੂੰ ਦੱਸਦਾ ਹੈ ਕਿ ਸਾਰੀਆਂ ਸੰਬੰਧਿਤ ਸੂਚਨਾਵਾਂ ਵੱਖ-ਵੱਖ ਫਾਈਲਾਂ ਵਿੱਚ ਸਟੋਰ ਹੁੰਦੀਆਂ ਹਨ, ਪਰ ਇਹਨਾਂ ਵਿੱਚ ਆਪਸੀ ਕੋਈ ਵੀ ਜਿਹੜੀ ਮੈਪਿੰਗ ਹੈ ਜਾਂ ਸੰਬੰਧ ਹੈ ਉਹ ਨਹੀਂ ਹੁੰਦਾ। ਸੋ ਦੂਸਰੀ ਇਸ ਦੀ ਖਾਮੀ ਹੈ ਡਾਟਾ ਰਿਡੰਡੈਂਸੀ। ਡਾਟਾ ਰਿਡੰਡੈਂਸੀ ਸਾਨੂੰ ਕਹਿੰਦੀ ਹੈ ਡੁਪਲੀਕੇਟ ਡਾਟਾ ਨੂੰ ਵੈਲੀਡੇਟ ਕਰਨ ਲਈ ਫਾਈਲ ਸਿਸਟਮ ਵਿੱਚ ਕੋਈ ਵੀ ਤਰੀਕਾ ਜਾਂ ਕੋਈ ਵੀ ਵਿਧੀ ਸ਼ਾਮਲ ਨਹੀਂ ਹੈ ਜਿਸ ਦੇ ਰਾਹੀਂ ਜਿਹੜਾ ਯੂਜ਼ਰ ਕੋਈ ਵੀ ਡਾਟਾ ਵਰਤ ਰਿਹਾ ਹੈ ਤਾਂ ਉਸ ਦੇ ਲਈ ਇਹ ਪਤਾ ਲਗਾਉਣਾ ਬਹੁਤ ਮੁਸ਼ਕਲ ਹੈ ਕਿ ਕਿਸੇ ਯੂਜ਼ਰ ਨੇ ਇੱਕ ਹੀ ਰਿਕਾਰਡ ਨੂੰ ਇੱਕ ਵਾਰ ਜਾਂ ਦੋ ਵਾਰ ਐਂਟਰ ਕੀਤਾ ਹੈ ਜਾਂ ਨਹੀਂ ਹੈ, ਜਿਸ ਦੇ ਕਾਰਨ ਸਾਡੇ ਡਾਟਾ ਵਿੱਚ ਜਿਹੜਾ ਡਾਟਾ ਡੁਪਲੀਕੇਟ ਹੈ ਉਹ ਹੋ ਸਕਦਾ ਹੈ। ਤਾਂ ਫਾਈਲ ਸਿਸਟਮ ਵਿੱਚ ਡੁਪਲੀਕੇਟ ਡਾਟਾ ਨੂੰ ਸਾਂਭਿਆ ਨਹੀਂ ਜਾਂਦਾ ਕਿਉਂਕਿ ਇਸ ਨਾਲ ਜਗ੍ਹਾ ਜਿਹੜੀ ਹੈ ਉਹ ਘਟਦੀ ਹੈ, ਇਸ ਨਾਲ ਡਾਟਾ ਨੂੰ ਹਮੇਸ਼ਾ ਸੰਭਾਲ ਕੇ ਰੱਖਣ ਵਿੱਚ ਪਰੇਸ਼ਾਨੀ ਹੁੰਦੀ ਹੈ। ਉਸ ਤੋਂ ਬਾਅਦ ਸਾਡਾ ਅਗਲਾ ਪੁਆਇੰਟ ਹੈ ਡਾਟਾ ਡਿਪੈਂਡੈਂਸ। ਫਾਈਲ ਵਿੱਚ ਡਾਟਾ ਇੱਕ ਖਾਸ ਫਾਰਮੈਟ ਵਿੱਚ ਸਟੋਰ ਕੀਤਾ ਜਾਂਦਾ ਹੈ, ਜਿਵੇਂ ਕਿ ਟੈਬ ਦੇ ਰੂਪ ਵਿੱਚ, ਕੋਮੇ ਦੇ ਰੂਪ ਵਿੱਚ ਜਾਂ ਸੈਮੀਕੋਲਨ ਦੇ ਰੂਪ ਵਿੱਚ। ਜੇਕਰ ਕਿਸੇ ਫਾਈਲ ਦਾ ਫਾਰਮੈਟ ਬਦਲ ਦਿੱਤਾ ਜਾਵੇ ਤਾਂ ਉਹ ਫਾਈਲ ਨੂੰ ਪ੍ਰੋਸੈਸ ਕਰਨ ਲਈ ਪੂਰਾ ਪ੍ਰੋਗਰਾਮ ਵੀ ਬਦਲਣਾ ਪੈਂਦਾ ਹੈ ਤੇ ਇਸ ਦੇ ਨਾਲ ਸਾਡਾ ਜਿਹੜਾ ਸਾਰਾ ਡਾਟਾ ਹੈ ਉਹ ਖਰਾਬ ਹੋ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਪ੍ਰੋਗਰਾਮ ਇਸ ਫਾਈਲ ਨੂੰ ਵਰਤ ਰਹੇ ਹੁੰਦੇ ਹਨ। ਇਸ ਤਰ੍ਹਾਂ ਫਾਈਲ ਵਿੱਚ ਛੋਟੇ ਤੋਂ ਛੋਟਾ ਬਦਲਾਅ ਕਰਨ ਨਾਲ ਵੀ ਇਹਦਾ ਜਿਹੜਾ ਅਸਰ ਆ ਪੂਰੇ ਪ੍ਰੋਗਰਾਮ ਡਾਟਾਬੇਸ ਉੱਤੇ ਪੈਂਦਾ ਹੈ। ਉਸ ਤੋਂ ਬਾਅਦ ਅਗਲਾ ਪੁਆਇੰਟ ਸਾਡੇ ਕੋਲ ਡਾਟਾ ਇਨਕਨਸਿਸਟੈਂਸੀ। ਜਦੋਂ ਇੱਕ ਹੀ ਤਰ੍ਹਾਂ ਦੇ ਡਾਟਾ ਦੀਆਂ ਵੱਖ-ਵੱਖ ਕਾਪੀਆਂ ਵਿੱਚ ਕੋਈ ਮੇਲ ਨਹੀਂ ਹੁੰਦਾ, ਇਸ ਨੂੰ ਅਸੀਂ ਡਾਟਾ ਇਨਕਨਸਿਸਟੈਂਸੀ ਕਹਿੰਦੇ ਹਾਂ ਜਾਂ ਇਕਸਾਰਤਾ ਵੀ ਕਹਿ ਸਕਦੇ ਹੋ। ਡਾਟਾ ਇਕਸਾਰਤਾ ਇਸ ਦਾ ਮੁੱਖ ਕਾਰਨ ਹੈ ਕਿ ਉਹਨਾਂ ਫਾਈਲਾਂ ਦੀ ਸਹੀ ਸੂਚੀ ਨਹੀਂ ਬਣੀ ਹੁੰਦੀ ਜਿਨ੍ਹਾਂ ਵਿੱਚ ਡਾਟਾ ਦੀ ਇੱਕੋ ਤਰ੍ਹਾਂ ਦੀਆਂ ਕਾਫੀ ਸਾਰੇ ਰਿਕਾਰਡ ਦੀਆਂ ਕਾਪੀਆਂ ਮੌਜੂਦ ਹੁੰਦੀਆਂ ਹਨ। ਉਸ ਤੋਂ ਬਾਅਦ ਅਗਲਾ ਪੁਆਇੰਟ ਹੈ ਸੁਰੱਖਿਆ। ਹਰ ਫਾਈਲ ਨੂੰ ਪਾਸਵਰਡ ਲਗਾ ਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ, ਪਰ ਜੇਕਰ ਅਸੀਂ ਫਾਈਲ ਵਿੱਚੋਂ ਕੋਈ ਰਿਕਾਰਡ ਵੀ ਦੇਖਦੇ ਹਾਂ ਜਿਵੇਂ ਕਿ ਕਿਸੇ ਯੂਜ਼ਰ ਨੇ ਆਪਣਾ ਨਤੀਜਾ ਵੇਖਣਾ ਹੋਵੇ ਤਾਂ ਇਹ ਫਾਈਲ ਪ੍ਰੋਸੈਸਿੰਗ ਸਿਸਟਮ ਵਿੱਚ ਬਹੁਤ ਔਖਾ ਹੁੰਦਾ ਹੈ। ਲਾਸਟ ਪੁਆਇੰਟ ਹੈ ਇਕਸਾਰਤਾ, ਜਿਸ ਨੂੰ ਅਸੀਂ ਇੰਟੀਗ੍ਰਿਟੀ ਵੀ ਕਹਿੰਦੇ ਹਾਂ। ਫਾਈਲ ਵਿੱਚ ਡਾਟਾ ਐਂਟਰ ਕਰਦੇ ਸਮੇਂ ਮਾਪਦੰਡ ਚੈੱਕ ਕਰਨਾ ਅਸੰਭਵ ਹੈ ਜਾਂ ਮੁਸ਼ਕਿਲ ਹੈ। ਇਹ ਕੇਵਲ ਪ੍ਰੋਗਰਾਮ ਲਿਖਣ ਸਮੇਂ ਕੀਤਾ ਜਾ ਸਕਦਾ ਹੈ। ਫਾਈਲ ਪ੍ਰੋਸੈਸਿੰਗ ਸਿਸਟਮ ਵਿੱਚ ਸੋਧ ਕਰਨ ਦੀ ਸੁਵਿਧਾ ਮੌਜੂਦ ਨਹੀਂ ਹੁੰਦੀ। ਲਾਸਟ ਸਾਡੇ ਕੋਲ ਪੁਆਇੰਟ ਹੈ ਸਮਕਾਲੀ ਐਕਸੈਸ, ਜਿਹਨੂੰ ਅਸੀਂ ਕਨਕਰੰਟ ਐਕਸੈਸ ਵੀ ਕਹਿੰਦੇ ਹਾਂ। ਇੱਕੋ ਤਰ੍ਹਾਂ ਦੀ ਫਾਈਲ ਵਿੱਚ ਇੱਕੋ ਤਰ੍ਹਾਂ ਦੇ ਡਾਟਾ ਤੱਕ ਪਹੁੰਚਣਾ ਬਹੁਤ ਔਖਾ ਹੈ। ਫਾਈਲ ਪ੍ਰੋਸੈਸਿੰਗ ਸਿਸਟਮ ਵਿੱਚ ਸਮਕਾਲੀ ਐਕਸੈਸ ਡਾਟਾ ਵਿੱਚ ਗਲਤੀਆਂ ਦਾ ਕਾਰਨ ਬਣਦਾ ਹੈ। ਉਸ ਤੋਂ ਬਾਅਦ ਅਸੀਂ ਅੱਗੇ ਪੜਾਂਗੇ DBMS ਕੀ ਹੁੰਦਾ ਹੈ। DBMS ਦਾ ਪੂਰਾ ਨਾਮ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ। ਇਸ ਨੂੰ ਫਾਈਲ ਪ੍ਰੋਸੈਸਿੰਗ ਸਿਸਟਮ ਦੀ ਖਾਮੀਆਂ ਨੂੰ ਦੂਰ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। DBMS ਇੱਕ ਸਿਸਟਮ ਸੌਫਟਵੇਅਰ ਹੈ ਜਿਸ ਨਾਲ ਡਾਟਾਬੇਸ ਸੌਫਟਵੇਅਰ ਤਿਆਰ ਕੀਤੇ ਜਾਂਦੇ ਹਨ। DBMS ਯੂਜ਼ਰ ਅਤੇ ਪ੍ਰੋਗਰਾਮਰ ਨੂੰ ਡਾਟਾ ਬਣਾਉਣ, ਉਸ ਦਾ ਪ੍ਰਬੰਧ ਕਰਨ ਅਤੇ ਰਿਕਵਰੀ ਮੁਹੱਈਆ ਕਰਾਉਣ ਲਈ ਇੱਕ ਵਿਧੀਪੂਰਵਕ ਤਰੀਕਾ ਮੁਹੱਈਆ ਕਰਵਾਉਂਦਾ ਹੈ। DBMS ਰਾਹੀਂ ਯੂਜ਼ਰ ਡਾਟਾਬੇਸ ਵਿੱਚ ਡਾਟੇ ਨੂੰ ਪੜ੍ਹ ਸਕਦਾ ਹੈ, ਨਵਾਂ ਡਾਟਾ ਦਾਖਲ ਜਾਂ ਸ਼ਾਮਲ ਕਰ ਸਕਦਾ ਹੈ, ਡਾਟੇ ਨੂੰ ਅਪਡੇਟ ਕਰ ਸਕਦਾ ਹੈ ਅਤੇ ਕਿਸੇ ਡਾਟੇ ਨੂੰ ਮਿਟਾ ਜਾਂ ਡਿਲੀਟ ਵੀ
ਕਰ ਸਕਦਾ ਹੈ। DBMS ਡਾਟਾਬੇਸ ਅਤੇ ਯੂਜ਼ਰ ਵਿਚਕਾਰ ਇੱਕ ਇੰਟਰਫੇਸ ਮੁਹੱਈਆ ਕਰਵਾਉਂਦਾ ਹੈ। ਜਿਵੇਂ ਕਿ ਤੁਸੀਂ ਚਿੱਤਰ ਵਿੱਚ ਦੇਖ ਪਾ ਰਹੇ ਹੋ ਵੀ ਜੇ ਤਿੰਨੋਂ ਜਿਹੜੇ ਯੂਜ਼ਰ ਹੈ, ਯੂਜ਼ਰ 1, ਯੂਜ਼ਰ 2, ਯੂਜ਼ਰ 3, ਉਹ ਡਾਟਾਬੇਸ ਦੇ ਨਾਲ ਡਾਟਾਬੇਸ ਮੈਨੇਜਮੈਂਟ ਸਿਸਟਮ ਰਾਹੀਂ ਜੁੜੇ ਹੋਏ ਹਨ। ਸੋ DBMS ਯੂਜ਼ਰ ਅਤੇ ਡਾਟਾਬੇਸ ਦੇ ਵਿੱਚ ਇੱਕ ਪਲੇਟਫਾਰਮ ਜਾਂ ਇੱਕ ਇੰਟਰਫੇਸ ਮੁਹੱਈਆ ਕਰਵਾਉਂਦਾ ਹੈ। ਹੁਣ ਅਸੀਂ ਪੜ੍ਹ ਲੈਂਦੇ ਹਾਂ DBMS ਦੇ ਲਾਭ। ਤਾਂ DBMS ਦਾ ਪਹਿਲਾ ਲਾਭ ਹੈ ਡਾਟਾ ਰਿਡੰਡੈਂਸੀ ਨੂੰ ਘੱਟ ਕਰਦਾ ਹੈ। ਅਧਿਕਾਰਤ ਯੂਜ਼ਰ ਵਿੱਚ ਡਾਟਾਬੇਸ ਸ਼ੇਅਰ ਕਰਨਾ ਸੌਖਾ ਹੈ। ਡਾਟਾ ਨੂੰ ਸੁਰੱਖਿਅਤ ਰੱਖਣਾ ਸੌਖਾ ਹੈ ਕਿਉਂਕਿ ਬਿਨਾਂ ਅਧਿਕਾਰ ਦੇ ਕੋਈ ਵੀ ਡਾਟਾਬੇਸ ਨੂੰ ਐਕਸੈਸ ਜਾਂ ਉਸ ਤੱਕ ਪਹੁੰਚ ਨਹੀਂ ਕਰ ਸਕਦਾ। ਇਸ ਵਿੱਚ ਡਾਟਾ ਗੁਪਤ ਰਹਿੰਦਾ ਹੈ ਕਿਉਂਕਿ ਡਾਟਾਬੇਸ ਐਡਮਿਨਿਸਟ੍ਰੇਟਰ ਦੱਸਦਾ ਹੈ ਕਿ ਕਿਹੜਾ ਯੂਜ਼ਰ ਕਿਸ ਹੱਦ ਤੱਕ ਡਾਟਾ ਨੂੰ ਐਕਸੈਸ ਜਾਂ ਉਸ ਤੱਕ ਪਹੁੰਚ ਕਰ ਸਕਦਾ ਹੈ। DBMS ਬੈਕਅਪ ਦੀ ਸੁਵਿਧਾ ਮੁਹੱਈਆ ਕਰਾਉਂਦਾ ਹੈ ਜਿਸ ਕਰਕੇ ਡਾਟੇ ਦੇ ਨਸ਼ਟ ਹੋਣ ਦੀ ਚਿੰਤਾ ਨਹੀਂ ਰਹਿੰਦੀ। ਅੱਗੇ ਹੈ DBMS ਦੀਆਂ ਖਾਮੀਆਂ। ਸੋ ਪਹਿਲੇ ਸਾਡੇ ਕੋਲ ਖਾਮੀ ਹੈ DBMS ਦੀ ਵਰਤੋਂ ਲਈ ਸਾਨੂੰ ਟ੍ਰੇਨਿੰਗ ਦੀ ਲੋੜ ਹੁੰਦੀ ਹੈ। DBMS ਲਈ ਵਰਤੇ ਜਾਂਦੇ ਹਾਰਡਵੇਅਰ ਅਤੇ ਸੌਫਟਵੇਅਰ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ। DBMS ਦੀ ਕੀਮਤ ਕੰਮ ਅਤੇ ਵਾਤਾਵਰਣ ਦੇ ਮੁਤਾਬਕ ਵੱਧ ਹੁੰਦੀ ਹੈ ਅਤੇ ਹਰ ਸਾਲ ਇਸ ਦਾ ਪ੍ਰਬੰਧ ਕਰਨ ਦਾ ਖਰਚਾ ਵੀ ਹੁੰਦਾ ਹੈ। ਅਗਲਾ ਪੁਆਇੰਟ ਹੈ DBMS ਦੇ ਕੁਝ ਕੰਮ ਇੰਨੇ ਗੁੰਝਲਦਾਰ ਹੁੰਦੇ ਹਨ ਕਿ ਇਹਨਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਾਧੂ ਮੈਮਰੀ ਦੀ ਲੋੜ ਪੈਂਦੀ ਹੈ। ਲਾਸਟ ਪੁਆਇੰਟ ਹੈ DBMS ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਲੈ ਕੇ ਜਾਣ ਅਤੇ ਬਦਲਣ ਦੀ ਕੀਮਤ ਵੀ ਜ਼ਿਆਦਾ ਹੁੰਦੀ ਹੈ। ਹੁਣ ਅੱਗੇ ਅਸੀਂ ਪੜਾਂਗੇ DBA ਕੀ ਹੁੰਦਾ ਹੈ। DBA ਦਾ ਪੂਰਾ ਨਾਮ ਹੈ ਡਾਟਾਬੇਸ ਐਡਮਿਨਿਸਟ੍ਰੇਟਰ। DBA ਇੱਕ ਵਿਅਕਤੀ ਜਾਂ ਵਿਅਕਤੀਆਂ ਦਾ ਸਮੂਹ ਹੁੰਦਾ ਹੈ ਜੋ ਕਿ ਡਾਟਾਬੇਸ ਨੂੰ ਡਿਜ਼ਾਈਨ ਕਰਦਾ ਹੈ, ਡਾਟਾਬੇਸ ਨੂੰ ਕੰਟਰੋਲ ਕਰਦਾ ਹੈ, ਡਾਟਾਬੇਸ ਦੇ ਸੰਬੰਧਿਤ ਨਿਰਦੇਸ਼ ਦਿੰਦਾ ਹੈ ਅਤੇ ਡਾਟਾਬੇਸ ਨਾਲ ਸੰਬੰਧਿਤ ਗਤੀਵਿਧੀਆਂ ਕਰਦਾ ਹੈ ਜਿਸ ਨਾਲ ਇੱਕ ਸਫਲ ਡਾਟਾਬੇਸ ਬਣਾਇਆ ਜਾ ਸਕੇ। ਡਾਟਾਬੇਸ ਦੇ ਸਾਰੇ ਕੰਮ DBA ਵੱਲੋਂ ਕੰਟਰੋਲ ਕੀਤੇ ਜਾਂਦੇ ਹਨ। ਹੁਣ ਅੱਗੇ ਅਸੀਂ ਪੜਾਂਗੇ DBA ਦੀਆਂ ਕਿਸਮਾਂ। ਤੇ ਸਾਡੇ ਕੋਲ ਪਹਿਲੇ DBA ਦੀ ਕਿਸਮ ਹੈ ਐਡਮਿਨਿਸਟ੍ਰੇਟਿਵ DBA, ਡਿਵੈਲਪਮੈਂਟ DBA, ਤੀਸਰਾ ਹੈ ਆਰਕੀਟੈਕਟ DBA, ਲਾਸਟ ਹੈ ਡਾਟਾ ਵੇਅਰ ਹਾਊਸ DBA। ਤੇ ਚਾਰਾਂ ਤਰ੍ਹਾਂ ਦੇ ਜਿਹੜੇ DBA ਇਹ ਡਾਟਾਬੇਸ ਵਿੱਚ ਵੱਖ-ਵੱਖ ਤਰ੍ਹਾਂ ਦੀ ਜਿਹੜੀ ਗਤੀਵਿਧੀਆਂ ਹੈ ਉਹਨਾਂ ਨੂੰ ਕੰਟਰੋਲ ਕਰਦੇ ਹਨ। ਅੱਗੇ ਹੁਣ ਅਸੀਂ ਪੜਾਂਗੇ DBA ਦੀਆਂ ਮੁੱਖ ਜ਼ਿੰਮੇਵਾਰੀਆਂ ਕੀ ਹਨ। ਸਾਡੇ ਕੋਲ ਪਹਿਲੀ ਜ਼ਿੰਮੇਵਾਰੀ ਹੈ DBA ਨੂੰ ਡਾਟਾਬੇਸ ਡਿਜ਼ਾਈਨ ਕਰਨ ਅਤੇ ਲਾਗੂ ਕਰਨ ਦਾ ਧਿਆਨ ਰੱਖਣਾ ਪੈਂਦਾ ਹੈ। DBA ਡਾਟਾਬੇਸ ਦੀ ਸੁਰੱਖਿਆ ਨੂੰ ਲਾਗੂ ਅਤੇ ਕਾਇਮ ਰੱਖਦਾ ਹੈ। ਅਗਲਾ ਪੁਆਇੰਟ ਹੈ DBA ਡਾਟਾਬੇਸ ਲਈ ਅਤੇ ਐਪਲੀਕੇਸ਼ਨ ਦੀ ਕਾਰਜਕੁਸ਼ਲਤਾ ਲਈ ਵੀ ਜ਼ਿੰਮੇਵਾਰ ਹੁੰਦਾ ਹੈ। DBA ਦਸਤਾਵੇਜ਼ ਅਤੇ ਪੈਮਾਨੇ ਨਿਰਧਾਰਿਤ ਕਰਨ ਲਈ ਵੀ ਜ਼ਿੰਮੇਵਾਰ ਹੁੰਦਾ ਹੈ। DBA ਇੱਕ ਪੱਕਾ ਬੈਕਅਪ ਅਤੇ ਰਿਕਵਰੀ ਮੁਹੱਈਆ ਕਰਵਾਉਣ ਲਈ ਪਾਲਿਸੀ ਜਾਂ ਨਿਯਮ ਬਣਾਉਂਦਾ ਹੈ। DBA ਹੀ ਤੈਅ ਕਰਦਾ ਹੈ ਕਿ ਕਿਹੜਾ ਹਾਰਡਵੇਅਰ ਡਾਟਾਬੇਸ ਦੇ ਲਈ ਵਰਤਿਆ ਜਾਵੇਗਾ। DBA ਕੋਲ ਅਧਿਕਾਰ ਹੁੰਦੇ ਹਨ ਕਿ ਉਹ ਵਰਤੋਂਕਾਰ ਦੀ ਲੋੜ ਦੇ ਮੁਤਾਬਕ ਡਾਟੇ ਵਿੱਚ ਬਦਲਾਅ ਕਰ ਸਕੇ ਅਤੇ ਡਾਟਾ ਵੈਲੀਡੇਸ਼ਨ ਵੀ DBA ਵੱਲੋਂ ਹੀ ਨਿਰਧਾਰਿਤ ਕੀਤਾ ਜਾਂਦਾ ਹੈ। ਹੁਣ ਅੱਗੇ ਅਸੀਂ ਡਾਟਾ ਰਿਡੰਡੈਂਸੀ ਬਾਰੇ ਪੜਾਂਗੇ। ਕਿਸੇ ਇੱਕ ਡਾਟਾਬੇਸ ਵਿੱਚ ਇੱਕ ਹੀ ਤਰ੍ਹਾਂ ਦੇ ਡਾਟਾ ਨੂੰ ਵਾਰ-ਵਾਰ ਸਟੋਰ ਕਰਨ ਦੀ ਪ੍ਰਕਿਰਿਆ ਨੂੰ ਅਸੀਂ ਡਾਟਾ ਰਿਡੰਡੈਂਸੀ ਜਾਂ ਡਾਟਾ ਡੁਪਲੀਕੇਸੀ ਕਹਿੰਦੇ ਹਾਂ। ਜਿਵੇਂ ਕਿ ਤੁਸੀਂ ਹੇਠਾਂ ਲਿਖੇ ਚਿੱਤਰ ਵੀ ਦੇਖ ਪਾ ਰਹੇ ਹੋ, ਇਸ ਵਿੱਚ ਸਾਡੇ ਕੋਲ ਜਿੱਦਾਂ ਡਾਟਾ ਆਈਟਮਸ ਨੇ, ID, ਵਿਦਿਆਰਥੀ ਦਾ ਨਾਮ, ਜਮਾਤ, ਵਿਸ਼ਾ, ਅੰਕ। ਮੰਨ ਲਓ ਅਸੀਂ ਇਸ ਵਿੱਚ ਕਿਸੇ ਵਿਸ਼ੇ ਦੇ ਮੁਤਾਬਕ ਜਾਂ ਜਮਾਤ ਦੇ ਮੁਤਾਬਕ ਕਿਸੇ ਵੀ ਰਿਕਾਰਡ ਨੂੰ ਅਪਡੇਟ ਕਰਨਾ ਹੈ ਤਾਂ ਅਸੀਂ ਇਸ ਰਿਕਾਰਡ ਨੂੰ ਅਪਡੇਟ ਨਹੀਂ ਕਰ ਸਕਾਂਗੇ ਕਿਉਂਕਿ ਕੰਪਿਊਟਰ ਸਾਇੰਸ ਜਾਂ ਜਮਾਤ ਸੇਮ ਜਿਹੜੇ ਡਾਟਾ ਹੈ ਉਹ ਕਾਫੀ ਵਾਰੀ ਆ ਰਿਹਾ ਹੈ ਤਾਂ ਇਸ ਤਰ੍ਹਾਂ ਦੀ ਚੀਜ਼ ਨੂੰ ਅਸੀਂ ਡਾਟਾ ਰਿਡੰਡੈਂਸੀ ਜਾਂ ਡੁਪਲੀਕੇਸੀ ਕਹਿ ਸਕਦੇ ਹਾਂ। ਅੱਗੇ ਐਂਟਿਟੀ ਕੀ ਹੁੰਦੀ ਹੈ। ਐਂਟਿਟੀ ਉਹ ਚੀਜ਼ ਹੈ ਜਿਸ ਦੀ ਜਾਣਕਾਰੀ ਡਾਟਾ ਦੇ ਰੂਪ ਵਿੱਚ ਡਾਟਾਬੇਸ ਵਿੱਚ
ਸਟੋਰ ਕਰਦੇ ਹਾਂ। ਜਿਵੇਂ ਕਿ ਤੁਸੀਂ ਚਿੱਤਰ ਵਿੱਚ ਦੇਖ ਪਾ ਰਹੇ ਹੋ, ਰੋਲ ਨੰਬਰ ਦੇ ਵਿੱਚ 1 2 3 4 ਜਿਹੜੇ ਸੀਰੀਅਲ ਨੰਬਰ ਹੈ, ਇਸ ਨੂੰ ਆਪਾਂ ਐਂਟੀਟੀ ਕਹਿੰਦੇ ਹਾਂ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਐਟਰੀਬਿਊਟ। ਹਰ ਐਂਟੀਟੀ ਦੀਆਂ ਕੁਝ ਡਾਟਾ ਟਾਈਪਸ ਹੁੰਦੀਆਂ ਹਨ ਜੋ ਉਸ ਦੇ ਬਾਰੇ ਦੱਸਦੀਆਂ ਹਨ। ਇਹਨਾਂ ਆਈਟਮ ਨੂੰ ਉਸ ਐਂਟੀਟੀ ਦਾ ਐਟਰੀਬਿਊਟ ਕਿਹਾ ਜਾਂਦਾ ਹੈ। ਜਿਵੇਂ ਕਿ ਰੋਲ ਨੰਬਰ, ਨਾਂ, ਜਮਾਤ, ਮੋਬਾਈਲ ਨੰਬਰ ਤੇ ਘਰ ਦਾ ਪਤਾ, ਇਹਨਾਂ ਨੂੰ ਅਸੀਂ ਐਟਰੀਬਿਊਟ ਕਹਿੰਦੇ ਹਾਂ। ਐਟਰੀਬਿਊਟ ਅਸੀਂ ਕਾਲਮ ਦੇ ਹੈਡਿੰਗ ਨੂੰ ਵੀ ਕਹਿੰਦੇ ਹਾਂ। ਤੇ ਹਰੇਕ ਐਟਰੀਬਿਊਟ ਦੀ ਆਪਣੀ ਆਪਣੀ ਇੱਕ ਡਾਟਾ ਟਾਈਪ ਹੁੰਦੀ ਹੈ। ਜਿਵੇਂ ਰੋਲ ਨੰਬਰ 'ਚ ਅਸੀਂ ਨੰਬਰ ਹੀ ਸ਼ਾਮਲ ਕਰ ਸਕਦੇ ਹਾਂ। ਨਾਂ ਵਿੱਚ ਆਪਾਂ ਟੈਕਸਟ ਐਂਟਰ ਕਰ ਸਕਦੇ ਹਾਂ। ਜਮਾਤ ਵਿੱਚ ਅਸੀਂ ਨੰਬਰ, ਮੋਬਾਈਲ ਨੰਬਰ ਵਿੱਚ ਨੰਬਰ, ਪਤਾ ਵਿੱਚ ਅਸੀਂ ਨੰਬਰ ਜਾਂ ਜਿਹੜਾ ਟੈਕਸਟ ਆ ਉਹ ਦੋਵੇਂ ਐਂਟਰ ਕਰ ਸਕਦੇ ਹਾਂ। ਉਸ ਤੋਂ ਬਾਅਦ ਹੁਣ ਅੱਗੇ ਅਸੀਂ ਪੜ੍ਹ ਲੈਂਦੇ ਹਾਂ DBMS ਵਿੱਚ ਕੀਜ਼ ਕੀ ਹੁੰਦੀਆਂ ਹਨ। DBMS ਵਿੱਚ ਕੀਜ਼ ਦੀ ਵਰਤੋਂ ਟੇਬਲ ਨੂੰ ਆਪਸ ਵਿੱਚ ਜੋੜਨ ਲਈ ਕੀਤੀ ਜਾਂਦੀ ਹੈ। ਕੀਜ਼ ਦੀ ਸਹਾਇਤਾ ਦੇ ਨਾਲ ਟੇਬਲ ਵਿੱਚ ਹਰ ਰਿਕਾਰਡ ਨੂੰ ਇੱਕ ਜਾਂ ਇੱਕ ਤੋਂ ਵੱਧ ਫੀਲਡ ਦੇ ਸੁਮੇਲ ਤੋਂ ਵੱਖਰੇ ਤੌਰ ਤੇ ਪਛਾਣਿਆ ਜਾ ਸਕਦਾ ਹੈ। ਜਿਵੇਂ ਕਿ ਤੁਸੀਂ ਹੇਠਾਂ ਚਿੱਤਰ ਦੇਖ ਪਾ ਰਹੇ ਹੋ, DBMS 'ਚ ਸਾਡੇ ਕੋਲ ਜਿਹੜੀਆਂ 5 ਤਰ੍ਹਾਂ ਦੀ ਕੀਜ਼ ਹੁੰਦੀਆਂ ਹਨ। ਪਹਿਲੀ ਸਾਡੇ ਕੋਲ ਹੈ ਪ੍ਰਾਇਮਰੀ ਕੀ, ਫੋਰਨ ਕੀ, ਕੈਂਡੀਡੇਟ ਕੀ, ਕੰਪੋਜ਼ਿਟ ਕੀ ਤੇ ਲਾਸਟ ਹੈ ਸਾਡੇ ਕੋਲ ਸੁਪਰ ਕੀ। ਹੁਣ ਅਸੀਂ ਇਹਨਾਂ ਕੀਜ਼ ਬਾਰੇ ਅੱਗੇ ਜਾਣਾਂਗੇ। ਹੁਣ ਅਸੀਂ ਪ੍ਰਾਇਮਰੀ ਕੀ ਬਾਰੇ ਪੜ੍ਹ ਲੈਂਦੇ ਹਾਂ। ਪ੍ਰਾਇਮਰੀ ਕੀ ਹੁੰਦੀ ਹੈ? ਪ੍ਰਾਇਮਰੀ ਕੀ ਟੇਬਲ ਦੀ ਮੁੱਖ ਕੀ ਹੁੰਦੀ ਹੈ। ਇਸ ਦੀ ਵਰਤੋਂ ਟੇਬਲ ਵਿਚਲੇ ਰਿਕਾਰਡਾਂ ਦੀ ਵੱਖਰੇ ਤੌਰ ਤੇ ਪਛਾਣ ਕਰਨ ਲਈ ਕੀਤੀ ਜਾਂਦੀ ਹੈ, ਜਾਂ ਇੱਕ ਟੇਬਲ ਦੇ ਹਰੇਕ ਰਿਕਾਰਡ ਦੀ ਵੱਖਰੇ ਤੌਰ ਤੇ ਪਛਾਣ ਕਰਨ ਲਈ ਪ੍ਰਾਇਮਰੀ ਕੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕਿ ਅਸੀਂ ਉਦਾਹਰਨ ਵਿੱਚ ਦੇਖ ਪਾ ਰਹੇ ਹਾਂ ਕਿ ਸਾਡੇ ਕੋਲ ਇਸ ਟੇਬਲ ਵਿੱਚ ਸਾਡੇ ਕੋਲ ਕਾਫੀ ਸਾਰੇ ਜਿਹੜੇ ਫੀਲਡ ਬਣੀਆਂ ਹੋਈਆਂ। ਜਿਵੇਂ ਪਹਿਲੇ ਸਾਡੇ ਕੋਲ ਡਾਟਾ, ਸਟੂਡੈਂਟ ID, ਵਿਦਿਆਰਥੀ ਦਾ ਨਾਮ, ਜਮਾਤ, ਮੋਬਾਈਲ ਨੰਬਰ, ਲਾਸਟ ਸਾਡੇ ਕੋਲ ਰੋਲ ਨੰਬਰ। ਤਾਂ ਇਹਨਾਂ ਸਾਰੇ ਫੀਲਡ ਵਿੱਚ ਜੇਕਰ ਅਸੀਂ ਕਿਸੇ ਫੀਲਡ ਦੀ ਵੱਖਰੇ ਤੌਰ ਤੇ ਪਛਾਣ ਕਰਨੀ ਹੋਵੇ ਤਾਂ ਅਸੀਂ ਸਿਰਫ ਰੋਲ ਨੰਬਰ ਦੀ ਜਿਹੜੀ ਵਰਤੋਂ ਹੈ ਉਹ ਕਿਸੇ ਵੀ ਰਿਕਾਰਡ ਦੀ ਵੱਖਰੇ ਤੌਰ ਤੇ ਪਛਾਣ ਕਰਨ ਲਈ ਕਰ ਸਕਦੇ ਹਾਂ। ਇਸ ਲਈ ਇਸ ਟੇਬਲ ਵਿੱਚ ਅਸੀਂ ਰੋਲ ਨੰਬਰ ਨੂੰ ਪ੍ਰਾਇਮਰੀ ਕੀ ਬਣਾ ਸਕਦੇ ਹਾਂ, ਕਿਉਂਕਿ ਰੋਲ ਨੰਬਰ ਹੈ ਉਹ ਹਰੇਕ ਵਿਦਿਆਰਥੀ ਦਾ ਆਪਣਾ ਆਪਣਾ ਹੁੰਦਾ ਹੈ। ਇੱਕ ਹੀ ਰੋਲ ਨੰਬਰ ਦੋ ਵਿਦਿਆਰਥੀਆਂ ਦਾ ਸੇਮ ਨਹੀਂ ਹੋ ਸਕਦਾ। ਹੁਣ ਉਸ ਤੋਂ ਬਾਅਦ ਅਸੀਂ ਹੁਣ ਅਗਲਾ ਪੜਾਂਗੇ। ਅਗਲੀ ਕੀ ਹੈ ਸਾਡੇ ਕੋਲ ਫੋਰਨ ਕੀ। ਤਾਂ ਇਸ ਕੀ ਦੀ ਵਰਤੋਂ ਦੋ ਟੇਬਲਾਂ ਵਿਚਕਾਰ ਲਿੰਕ ਬਣਾਉਣ ਲਈ ਕੀਤੀ ਜਾਂਦੀ ਹੈ। ਫੋਰਨ ਕੀ ਹਮੇਸ਼ਾ ਕਿਸੇ ਹੋਰ ਟੇਬਲ ਦੀ ਪ੍ਰਾਇਮਰੀ ਕੀ ਹੁੰਦੀ ਹੈ। ਇੱਕ ਟੇਬਲ ਦੀ ਦੂਜੇ ਟੇਬਲ ਨਾਲ ਸੰਬੰਧ ਬਣਾਉਣ ਜਾਂ ਲਿੰਕ ਬਣਾਉਣ ਲਈ ਫੋਰਨ ਕੀ ਦੀ ਵਰਤੋਂ ਕੀਤੀ ਜਾਂਦੀ ਹੈ। ਪਹਿਲੇ ਟੇਬਲ ਦੀ ਪ੍ਰਾਇਮਰੀ ਕੀ ਦੂਜੇ ਟੇਬਲ ਦੀ ਫੋਰਨ ਕੀ ਬਣ ਜਾਂਦੀ ਹੈ। ਜਿਵੇਂ ਕਿ ਤੁਸੀਂ ਹੇਠਾਂ ਦੋ ਚਿੱਤਰ ਦੇਖ ਪਾ ਰਹੇ ਹੋ, ਇੱਕ ਹੈ ਸਟੂਡੈਂਟ ਟੇਬਲ, ਦੂਸਰਾ ਟੇਬਲ ਹੈ ਨਿੱਜੀ ਟੇਬਲ। ਸਟੂਡੈਂਟ ਟੇਬਲ ਵਿੱਚ ਜਿਹੜਾ ਰੋਲ ਨੰਬਰ ਹੈ, ਰੋਲ ਨੰਬਰ ਨੂੰ ਅਸੀਂ ਪ੍ਰਾਇਮਰੀ ਕੀ ਬਣਾਇਆ ਹੋਇਆ ਹੈ। ਤੇ ਇਹ ਜਿਹੜਾ ਰੋਲ ਨੰਬਰ ਹੈ ਦੂਸਰੇ ਟੇਬਲ 'ਚ ਅਸੀਂ ਸੇਮ ਇਸ ਨਾਲ ਸੰਬੰਧਿਤ ਡਾਟਾ ਸਟੋਰ ਕਰਾਂਗੇ। ਤਾਂ ਉਸ ਵਿੱਚ ਜਿਹੜਾ ਰੋਲ ਨੰਬਰ ਹੈ ਉਹ ਫੋਰਨ ਕੀ ਦੇ ਵਾਂਗ ਕੰਮ ਕਰੇਗਾ। ਇਹਦਾ ਮਤਲਬ ਇਹ ਹੈ ਜੇਕਰ ਅਸੀਂ ਪਹਿਲੇ ਟੇਬਲ ਵਿੱਚ ਕੁਝ ਵੀ ਬਦਲਾਵ ਕਰਦੇ ਹਾਂ ਤਾਂ ਉਹ ਦੂਸਰੇ ਟੇਬਲ ਦੇ ਨਾਲ ਇਹਦਾ ਸੰਬੰਧ ਬਣ ਚੁੱਕਾ ਹੈ ਫੋਰਨ ਕੀ ਦੇ ਮਾਧਿਅਮ ਦੇ ਨਾਲ। ਤਾਂ ਜੋ ਵੀ ਚੇਂਜਿਸ ਅਸੀਂ ਇੱਕ ਟੇਬਲ ਦੇ ਵਿੱਚ ਕਰਾਂਗੇ ਉਹ ਦੂਸਰੇ ਟੇਬਲ ਦੇ ਵਿੱਚ ਆਪਣੇ ਆਪ ਹੀ ਲਾਗੂ ਹੋ ਜਾਵੇਗਾ। ਉਸ ਤੋਂ ਬਾਅਦ ਹੁਣ ਅਸੀਂ ਪੜਾਂਗੇ ਨਾਰਮਲਾਈਜੇਸ਼ਨ ਕੀ ਹੁੰਦੀ ਹੈ। ਸੋ ਨਾਰਮਲਾਈਜੇਸ਼ਨ ਇੱਕ ਵਿਗਿਆਨਿਕ ਵਿਧੀ ਹੈ ਜਿਸ ਦੇ ਰਾਹੀਂ ਗੁੰਝਲਦਾਰ ਟੇਬਲ ਨੂੰ ਆਸਾਨ ਟੇਬਲ ਵਿੱਚ ਬਦਲਿਆ ਜਾ ਸਕਦਾ ਹੈ। ਇਸ ਤੋਂ ਬਿਨਾਂ ਡਾਟਾਬੇਸ ਨੂੰ ਸਾਂਭ ਕੇ ਰੱਖਣਾ ਔਖਾ ਹੁੰਦਾ ਹੈ। ਜੇਕਰ ਡਾਟਾ ਨਾਰਮਲਾਈਜ਼ ਨਾ ਹੋਵੇ ਤਾਂ ਉਸ ਵਿੱਚ ਇਨਸਰਸ਼ਨ ਕੁਝ ਸ਼ਾਮਿਲ ਕਰਨਾ, ਅਪਡੇਸ਼ਨ ਕੁਝ ਬਦਲਾਵ ਕਰਨਾ ਅਤੇ ਡਿਲੀਸ਼ਨ ਕੁਝ ਮਿਟਾਉਣਾ ਵਿੱਚ ਫਰਕ ਵੇਖਿਆ ਜਾ ਸਕਦਾ ਹੈ। ਟੇਬਲ ਵਿੱਚੋਂ ਡਾਟਾ ਰਿਡੰਡੈਂਸੀ ਨੂੰ ਘੱਟ ਕਰਨ ਅਤੇ ਡਾਟਾ ਇਨਕਨਸਿਸਟੈਂਸੀ ਨੂੰ ਘੱਟ ਜਾਂ ਖਤਮ ਕਰਨ ਅਤੇ ਡਾਟਾਬੇਸ ਨੂੰ ਮਜ਼ਬੂਤ ਕਰਨ ਲਈ ਇਹਨਾਂ ਟੇਬਲਾਂ ਵਿੱਚ ਕੁਝ ਨਿਯਮਾਂ ਦੀ ਵਰਤੋਂ ਕਰਕੇ ਇਹਨਾਂ ਟੇਬਲਾਂ ਨੂੰ ਹੋਰ ਛੋਟੇ ਟੇਬਲਾਂ ਵਿੱਚ ਵੰਡਿਆ ਜਾਂਦਾ ਹੈ। ਇਸ ਸਾਰੇ ਪ੍ਰੋਸੈਸ ਨੂੰ ਅਸੀਂ ਨਾਰਮਲਾਈਜੇਸ਼ਨ ਕਹਿੰਦੇ ਹਾਂ। ਹੁਣ ਅਸੀਂ ਨਾਰਮਲ ਫਾਰਮ ਦੀਆਂ ਵੱਖ-ਵੱਖ ਕਿਸਮਾਂ ਬਾਰੇ ਜਾਣ ਲੈਂਦੇ ਹਾਂ।
ਤੋ ਨਾਰਮਲਾਈਜੇਸ਼ਨ ਕਨਸੈਪਟ ਦੇ ਤਰੀਕੇ ਨੂੰ ਲਾਗੂ ਕਰਨ ਦੇ ਲਈ ਸਾਡੇ ਕੋਲ ਵੱਖ-ਵੱਖ ਜਿਹੜੀਆਂ ਨਾਰਮਲ ਫਾਰਮ ਦੀ ਵਰਤੋਂ ਕੀਤੀ ਜਾਂਦੀ ਹੈ। ਸਾਡੇ ਵੱਲੋਂ ਵਰਤਿਆ ਗਿਆ ਟੇਬਲ ਹਮੇਸ਼ਾ ਕਿਸੇ ਨਾ ਕਿਸੇ ਨਾਰਮਲ ਫਾਰਮ ਵਿੱਚ ਹੀ ਮੌਜੂਦ ਹੁੰਦਾ ਹੈ। ਤਾਂ ਹੁਣ ਅਸੀਂ ਨਾਰਮਲ ਫਾਰਮ ਦੀਆਂ ਜਿਹੜੀਆਂ ਵੱਖ-ਵੱਖ ਕਿਸਮਾਂ ਉਹਨਾਂ ਬਾਰੇ ਪੜ੍ਹ ਲੈਂਦੇ ਹਾਂ। ਪਹਿਲੀ ਸਾਡੇ ਕੋਲ ਕਿਸਮ ਹੈ ਪਹਿਲੀ ਨਾਰਮਲ ਫਾਰਮ, ਦੂਜੀ ਨਾਰਮਲ ਫਾਰਮ, ਤੀਜੀ ਨਾਰਮਲ ਫਾਰਮ, ਬॉयਜ਼ ਕੋਡਡ ਨਾਰਮਲ ਫਾਰਮ, ਪੰਜਵੇਂ ਨੰਬਰ ਤੇ ਸਾਡੇ ਕੋਲ ਚੌਥੀ ਨਾਰਮਲ ਫਾਰਮ, ਲਾਸਟ ਸਾਡੇ ਕੋਲ ਪੰਜਵੀਂ ਨਾਰਮਲ ਫਾਰਮ। ਤਾਂ ਇਹਨਾਂ ਨਾਰਮਲਾਈਜੇਸ਼ਨ ਵੱਖ-ਵੱਖ ਤਰ੍ਹਾਂ ਦੀ ਨਾਰਮਲਾਈਜੇਸ਼ਨ ਤੇ ਕਿਸਮਾਂ ਦੀ ਵਰਤੋਂ ਕਰਕੇ ਅਸੀਂ ਆਪਣੇ ਟੇਬਲ ਨੂੰ ਨਾਰਮਲ ਫਾਰਮ ਵਿੱਚ ਲਿਆ ਸਕਦੇ ਹਾਂ। ਜਿਵੇਂ ਕਿ ਤੁਸੀਂ ਚਿੱਤਰ ਵਿੱਚ ਦੇਖ ਪਾ ਰਹੇ ਹੋ, ਤਾਂ ਸਭ ਤੋਂ ਵਿਚਲੀ ਜਿਹੜੀ ਨਾਰਮਲ ਫਾਰਮ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਪੰਜਵੀਂ ਨਾਰਮਲ ਫਾਰਮ। ਉਸ ਤੋਂ ਬਾਅਦ ਚੌਥੀ ਨਾਰਮਲ ਫਾਰਮ, ਉਸ ਤੋਂ ਬਾਅਦ ਜਿਹੜਾ ਜਾਮਨੀ ਕਲਰ ਹੈ ਉਸ ਨੂੰ ਤੀਜੀ ਨਾਰਮਲ ਫਾਰਮ ਕਹਿ ਸਕਦੇ ਹਾਂ। ਉਸ ਤੋਂ ਬਾਅਦ ਦੂਜੀ ਨਾਰਮਲ ਫਾਰਮ, ਫਿਰ ਇਸ ਤਰ੍ਹਾਂ ਹੀ ਪਹਿਲੀ ਨਾਰਮਲ ਫਾਰਮ। ਤਾਂ ਇਸ ਵਿੱਚ ਜਿਹੜੀ ਪਹਿਲੀ ਨਾਰਮਲ ਫਾਰਮ ਹੈ ਉਸ ਵਿੱਚ ਆਪਣੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉਸ ਤੋਂ ਬਾਅਦ ਜਿਹੜੀ ਦੂਜੀ ਨਾਰਮਲ ਫਾਰਮ ਹੈ, ਦੂਜੀ ਨਾਰਮਲ ਫਾਰਮ ਵਿੱਚ ਪਹਿਲੀ ਨਾਰਮਲ ਫਾਰਮ ਦੀਆਂ ਵਿਸ਼ੇਸ਼ਤਾਵਾਂ ਹੋਣਗੀਆਂ, ਉਸ ਤੋਂ ਇਲਾਵਾ ਆਪਣੀਆਂ ਕੁਝ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉੱਦਾਂ ਹੀ ਜੇਕਰ ਅਸੀਂ ਤੀਜੀ ਨਾਰਮਲ ਫਾਰਮ ਦੀ ਗੱਲ ਕਰੀਏ ਤਾਂ ਤੀਜੀ ਨਾਰਮਲ ਫਾਰਮ ਵਿੱਚ ਪਹਿਲੀ ਨਾਰਮਲ ਫਾਰਮ ਅਤੇ ਦੂਜੀ ਨਾਰਮਲ ਫਾਰਮ ਦੋਨਾਂ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਉਹ ਮੌਜੂਦ ਹੁੰਦੀਆਂ। ਇਸੇ ਤਰ੍ਹਾਂ ਜੇਕਰ ਅਸੀਂ ਪੰਜਵੀਂ ਨਾਰਮਲ ਫਾਰਮ ਦੀ ਗੱਲ ਕਰੀਏ ਤਾਂ ਪੰਜਵੀਂ ਨਾਰਮਲ ਫਾਰਮ ਵਿੱਚ ਪਹਿਲੀ, ਦੂਜੀ, ਤੀਜੀ ਬॉयਜ਼ ਕੋਡਡ ਅਤੇ ਚੌਥੀ ਨਾਰਮਲ ਫਾਰਮ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਅਤੇ ਉਸ ਤੋਂ ਇਲਾਵਾ ਪੰਜਵੀਂ ਨਾਰਮਲ ਫਾਰਮ ਦੀਆਂ ਆਪਣੀਆਂ ਖੁਦ ਦੀਆਂ ਵੀ ਕੁਝ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਤੇ ਇਹਨਾਂ ਕਿਸਮਾਂ ਦੀ ਵਰਤੋਂ ਕਰਕੇ ਅਸੀਂ ਆਪਣੇ ਟੇਬਲ ਨੂੰ ਨਾਰਮਲ ਫਾਰਮ ਵਿੱਚ ਬਦਲ ਸਕਦੇ ਹਾਂ। ਅੱਗੇ ਸਾਡੇ ਕੋਲ ਸੰਬੰਧ ਜਾਂ ਰਿਲੇਸ਼ਨਸ਼ਿਪ ਕੀ ਹੁੰਦੇ ਹਨ। ਸੰਬੰਧ ਰਿਲੇਸ਼ਨਲ ਡਾਟਾਬੇਸ ਨੂੰ ਵੱਖ-ਵੱਖ ਟੇਬਲ ਵਿੱਚ ਵੰਡਣ ਅਤੇ ਸਟੋਰ ਕਰਨ ਦੀ ਆਗਿਆ ਦਿੰਦਾ ਹੈ। ਇਹ ਡਾਟਾਬੇਸ ਵਿੱਚ ਇੱਕ ਅਜਿਹਾ ਮੌਕਾ ਹੁੰਦਾ ਹੈ ਜਿਸ ਵਿੱਚ ਇੱਕ ਟੇਬਲ ਦੀ ਫੋਰਨ ਕੀ ਹੁੰਦੀ ਹੈ ਜੋ ਕਿ ਕਿਸੇ ਹੋਰ ਟੇਬਲ ਦੀ ਪ੍ਰਾਇਮਰੀ ਕੀ ਵਿੱਚੋਂ ਲਈ ਹੁੰਦੀ ਹੈ। ਹੁਣ ਅਸੀਂ ਅੱਗੇ ਸੰਬੰਧ ਦੀਆਂ ਕਿਸਮਾਂ ਪੜ੍ਹ ਲੈਂਦੇ ਹਾਂ। ਸਾਡੇ ਕੋਲ ਸੰਬੰਧ ਦੀਆਂ ਤਿੰਨ ਕਿਸਮਾਂ ਨੇ। ਪਹਿਲੀ ਹੈ ਸਾਡੇ ਕੋਲ ਇੱਕ ਤੋਂ ਇੱਕ, ਦੂਜਾ ਇੱਕ ਤੋਂ ਅਨੇਕ, ਤੀਸਰੀ ਸਾਡੇ ਕੋਲ ਕਿਸਮ ਹੈ ਅਨੇਕ ਤੋਂ ਅਨੇਕ। ਹੁਣ ਅਸੀਂ ਸੰਬੰਧ ਦੀ ਸਾਰੀ ਜਿਹੜੀ ਕਿਸਮਾਂ ਉਸ ਨੂੰ ਇੱਕ ਇੱਕ ਕਰਕੇ ਜਾਣ ਲੈਂਦੇ ਹਾਂ। ਪਹਿਲੇ ਸਾਡੇ ਕੋਲ ਹੈ ਇੱਕ ਤੋਂ ਇੱਕ ਸੰਬੰਧ, ਇੱਕ ਤੋਂ ਅਨੇਕ ਸੰਬੰਧ, ਤੀਸਰਾ ਸਾਡੇ ਕੋਲ ਹੈ ਅਨੇਕ ਤੋਂ ਅਨੇਕ ਸੰਬੰਧ। ਇਹਨਾਂ ਕਿਸਮਾਂ ਵਿੱਚ ਪਹਿਲਾਂ ਅਸੀਂ ਇੱਕ ਤੋਂ ਇੱਕ ਸੰਬੰਧ ਬਾਰੇ ਜਾਣ ਲੈਂਦੇ ਹਾਂ। ਜਿਵੇਂ ਕਿ ਅਸੀਂ ਸੱਜੇ ਹੱਥ ਵਾਲੇ ਚਿੱਤਰ ਨੂੰ ਦੇਖ ਪਾ ਰਹੇ ਹਾਂ, ਇਹ ਚਿੱਤਰ ਇੱਕ ਤੋਂ ਇੱਕ ਰਿਲੇਸ਼ਨਸ਼ਿਪ ਨੂੰ ਪਰਿਭਾਸ਼ਿਤ ਕਰ ਰਿਹਾ ਹੈ। ਜਿਵੇਂ ਕਿ ਅਸੀਂ ਦੇਖ ਪਾ ਰਹੇ ਹਾਂ ਕਿ ਇੱਕ ਸਕੂਲ ਵਿੱਚ ਇੱਕ ਹੀ ਪ੍ਰਿੰਸੀਪਲ ਹੋ ਸਕਦਾ ਹੈ ਜਿਹੜਾ ਕਿ ਉਸ ਸਕੂਲ ਦਾ ਪ੍ਰਬੰਧਨ ਦੇਖੇਗਾ। ਇਸ ਤਰ੍ਹਾਂ ਇਹ ਚਿੱਤਰ ਇੱਕ ਤੋਂ ਇੱਕ ਰਿਲੇਸ਼ਨਸ਼ਿਪ ਨੂੰ ਪ੍ਰਦਰਸ਼ਿਤ ਕਰ ਰਿਹਾ ਹੈ। ਉਸ ਤੋਂ ਬਾਅਦ ਸਾਡੀ ਦੂਸਰੀ ਕਿਸਮ ਹੈ ਇੱਕ ਤੋਂ ਅਨੇਕ ਸੰਬੰਧ। ਇਸ ਵਿੱਚ ਵੀ ਜਿਵੇਂ ਕਿ ਤੁਸੀਂ ਸੱਜੇ ਹੱਥ ਵਾਲੇ ਦੂਜੇ ਚਿੱਤਰ ਨੂੰ ਦੇਖ ਪਾ ਰਹੇ ਹੋ, ਇਹ ਚਿੱਤਰ ਇੱਕ ਤੋਂ ਅਨੇਕ ਰਿਲੇਸ਼ਨਸ਼ਿਪ ਨੂੰ ਜਾਂ ਸੰਬੰਧ ਨੂੰ ਪਰਿਭਾਸ਼ਿਤ ਕਰ ਰਿਹਾ ਹੈ। ਜਿਵੇਂ ਕਿ ਅਸੀਂ ਦੇਖ ਪਾ ਰਹੇ ਹਾਂ ਕਿ ਇੱਕ ਸਕੂਲ ਵਿੱਚ ਅਨੇਕ ਜਿਹੜੇ ਵਿਦਿਆਰਥੀ ਹੈ ਉਹ ਇੱਕ ਸਕੂਲ ਵਿੱਚ ਜਿਹੜਾ ਦਾਖਲਾ ਹੈ ਉਹ ਲੈ ਸਕਦੇ ਹੈ। ਤਾਂ ਇਸ ਤਰ੍ਹਾਂ ਇਹ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਇੱਕ ਤੋਂ ਅਨੇਕ ਸੰਬੰਧ ਨੂੰ ਦਰਸਾ ਰਿਹਾ ਹੈ। ਉਸ ਤੋਂ ਬਾਅਦ ਤੀਸਰਾ ਸਾਡੇ ਕੋਲ ਸੰਬੰਧ ਹੈ ਅਨੇਕ ਤੋਂ ਅਨੇਕ ਸੰਬੰਧ। ਜਿਵੇਂ ਕਿ ਅਸੀਂ ਸੱਜੇ ਹੱਥ ਵੱਲ ਤੀਜੇ ਚਿੱਤਰ ਨੂੰ ਦੇਖ ਪਾ ਰਹੇ ਹਾਂ, ਇਹ ਚਿੱਤਰ ਅਨੇਕ ਤੋਂ ਅਨੇਕ ਰਿਲੇਸ਼ਨਸ਼ਿਪ ਨੂੰ ਪਰਿਭਾਸ਼ਿਤ ਕਰ ਰਿਹਾ ਹੈ। ਜਿਵੇਂ ਕਿ ਅਸੀਂ ਦੇਖ ਪਾ ਰਹੇ ਹਾਂ ਕਿ ਇੱਕ ਸਕੂਲ ਵਿੱਚ ਵੱਖ-ਵੱਖ ਵਿਸ਼ਿਆਂ ਦੇ ਇੱਕ ਤੋਂ ਜ਼ਿਆਦਾ ਅਧਿਆਪਕ ਹੋ ਸਕਦੇ ਹਨ ਅਤੇ ਵੱਖ-ਵੱਖ ਜਮਾਤਾਂ ਵਿੱਚ ਵੱਖ-ਵੱਖ ਵਿਦਿਆਰਥੀ ਵੀ ਵੱਖ-ਵੱਖ ਅਧਿਆਪਕਾਂ ਤੋਂ ਸਿੱਖਿਆ ਲੈ ਸਕਦੇ ਹਨ। ਤਾਂ ਇਸ ਤਰ੍ਹਾਂ ਦੇ ਜਿਹੜੇ ਸੰਬੰਧ ਹੈ ਉਸ ਨੂੰ ਅਸੀਂ ਅਨੇਕ ਤੋਂ ਅਨੇਕ ਸੰਬੰਧ ਆਖਦੇ ਹਾਂ। ਹੁਣ ਅੱਗੇ ਅਸੀਂ ਪੜਾਂਗੇ ਸਟਰਕਚਰ ਕੁਐਰੀ ਲੈਂਗੁਏਜ, ਜਿਸ ਨੂੰ ਆਪਾਂ ਸ਼ਾਰਟ 'ਚ SQL ਆਖਦੇ ਹਾਂ। ਸਟਰਕਚਰ ਕੁਐਰੀ ਲੈਂਗੁਏਜ ਇੱਕ ਹਾਈ ਲੈਵਲ ਭਾਸ਼ਾ ਹੈ ਜੋ ਕਿ ਰਿਲੇਸ਼ਨਲ ਡਾਟਾਬੇਸ ਵਿੱਚ ਡਾਟਾ ਨੂੰ ਸਾਂਭਣ, ਕੰਟਰੋਲ ਕਰਨ, ਬਦਲਣ ਲਈ ਸਮਰਥਨ ਕਰਦੀ ਹੈ। ਇਹ ਇੱਕ ਪ੍ਰੋਗਰਾਮਰ ਲਈ ਇਹ ਨਿਰਧਾਰਿਤ ਕਰਨ ਵਿੱਚ ਸਹਾਇਕ ਹੁੰਦੀ ਹੈ
ਕਿ ਕਿਸ ਡਾਟਾ ਦੀ ਉਸ ਨੂੰ ਜ਼ਰੂਰਤ ਹੈ ਅਤੇ ਕਿਸ ਡਾਟਾ ਦੀ ਉਸ ਨੂੰ ਜ਼ਰੂਰਤ ਨਹੀਂ ਹੈ। ਸਟਰਕਚਰ ਕੁਐਰੀ ਲੈਂਗੁਏਜ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ ਉੱਤੇ ਆਧਾਰਿਤ ਹੈ ਜਾਂ ਕੰਮ ਕਰਦੀ ਹੈ। ਉਸ ਤੋਂ ਬਾਅਦ ਅਸੀਂ ਸਟਰਕਚਰ ਕੁਐਰੀ ਲੈਂਗੁਏਜ ਦੇ ਲਾਭ ਬਾਰੇ ਪੜ੍ਹ ਲੈਂਦੇ ਹਾਂ। SQL ਇੱਕ ਹਾਈ ਲੈਵਲ ਭਾਸ਼ਾ ਹੈ। ਇਸ ਦੀ ਵਰਤੋਂ ਅਸੀਂ ਡਾਟਾ ਦੀ ਸਾਂਭ ਸੰਭਾਲ ਕਰਨ, ਅਪਡੇਟ ਕਰਨ ਵਰਗੇ ਕੰਮਾਂ ਵਿੱਚ ਕਰਦੇ ਹਾਂ। SQL ਵਰਤੋਂਕਾਰ ਨੂੰ ਇੱਕੋ ਸਮੇਂ ਬਹੁਤ ਸਾਰੇ ਡਾਟਾਬੇਸ ਸਿਸਟਮ ਉੱਤੇ ਇੱਕੋ ਸਮੇਂ ਕੰਮ ਕਰਨ ਦੀ ਸੁਵਿਧਾ ਪ੍ਰਦਾਨ ਕਰਦੀ ਹੈ। SQL ਵਿੱਚ ਬਣਾਇਆ ਗਿਆ ਪ੍ਰੋਗਰਾਮ ਪੋਰਟੇਬਲ ਹੁੰਦਾ ਹੈ। ਪੋਰਟੇਬਲ ਦਾ ਭਾਵ ਹੈ ਅਸੀਂ ਇਸ ਨੂੰ ਇੱਕ ਥਾਂ ਤੋਂ ਦੂਸਰੀ ਜਗ੍ਹਾ ਤੇ ਲੈ ਕੇ ਵੀ ਜਾ ਸਕਦੇ ਹਾਂ ਜਾਂ ਕਿਤੇ ਇਸ ਪ੍ਰੋਗਰਾਮ ਨੂੰ ਸੈਂਡ ਵੀ ਕਰ ਸਕਦੇ ਹਾਂ ਤੇ ਕਿਸੇ ਵੀ ਸਿਸਟਮ ਤੇ ਆਰਾਮ ਨਾਲ ਜਿਹੜਾ ਪ੍ਰੋਗਰਾਮ ਹੈ ਉਹ ਚਲਾਇਆ ਜਾ ਸਕਦਾ ਹੈ। SQL ਇੱਕ ਸਧਾਰਨ ਭਾਸ਼ਾ ਹੈ ਜਿਸ ਨੂੰ ਸਿੱਖਣਾ ਆਸਾਨ ਹੈ ਅਤੇ ਇਸ ਦੀ ਵਰਤੋਂ ਔਖੇ ਤੋਂ ਔਖੇ ਪ੍ਰੋਗਰਾਮ ਬਣਾਉਣ ਲਈ ਕੀਤੀ ਜਾਂਦੀ ਹੈ। ਅੱਗੇ ਹੁਣ ਅਸੀਂ ਪੜਾਂਗੇ ਅਗਲਾ ਸਾਡੇ ਕੋਲ ਡਾਟਾਬੇਸ DB2। DB2 ਵੀ ਇੱਕ ਡਾਟਾਬੇਸ ਉਤਪਾਦ ਹੈ ਜਿਸ ਨੂੰ IBM, ਜਿਸ ਦਾ ਪੂਰਾ ਨਾਮ ਹੈ ਇੰਟਰਨੈਸ਼ਨਲ ਬਿਜ਼ਨਸ ਮਸ਼ੀਨ ਕੰਪਨੀ ਨੇ ਡਿਜ਼ਾਈਨ ਕੀਤਾ ਹੈ। ਇਹ ਇੱਕ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ। DB2 ਦੀ ਵਰਤੋਂ ਡਾਟਾ ਸਟੋਰ ਕਰਨ, ਵੇਖਣ ਅਤੇ ਸਹੀ ਡਾਟਾ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। DB2 ਨੂੰ ਕਿਸੇ ਵੀ ਆਪਰੇਟਿੰਗ ਸਿਸਟਮ ਜਿਵੇਂ ਕਿ ਵਿੰਡੋਜ਼, ਲਾਈਨੈਕਸ, ਯੂਨਿਕਸ ਵਰਗੇ ਪਲੇਟਫਾਰਮ ਉੱਤੇ ਚਲਾਇਆ ਜਾ ਸਕਦਾ ਹੈ। ਅੱਗੇ ਹੁਣ ਅਸੀਂ ਡਾਟਾ ਮਾਡਲ ਬਾਰੇ ਪੜਾਂਗੇ। ਡਾਟਾ ਮਾਡਲ ਉਹ ਤਰੀਕਾ ਹੈ ਜੋ ਸਾਨੂੰ ਡਾਟਾਬੇਸ ਦੇ ਸਟਰਕਚਰ ਦੇ ਬਾਰੇ ਜਾਣਕਾਰੀ ਦਿੰਦਾ ਹੈ। ਇਸ ਦੀ ਵਰਤੋਂ ਡਾਟਾ ਦਾ ਵਰਣਨ ਕਰਨ, ਡਾਟਾ ਦੇ ਵਿਚਕਾਰ ਸੰਬੰਧਾਂ ਦਾ ਵਰਣਨ ਕਰਨ, ਡਾਟਾ ਕੰਸਿਸਟੈਂਸੀ ਬਾਰੇ ਦੱਸਣ ਆਦਿ ਬਾਰੇ ਕੀਤੀ ਜਾਂਦੀ ਹੈ। ਅੱਗੇ ਹੁਣ ਅਸੀਂ ਡਾਟਾ ਮਾਡਲ ਦੀਆਂ ਕਿਸਮਾਂ ਬਾਰੇ ਪੜ੍ਹ ਲੈਣੇ, ਭਾਗਾਂ ਬਾਰੇ ਪੜ੍ਹ ਲੈਣੇ। ਡਾਟਾ ਮਾਡਲ ਨੂੰ 3 ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਇਸ ਦਾ ਪਹਿਲਾ ਮਾਡਲ ਹੈ ਆਬਜੈਕਟ ਓਰੀਐਂਟਡ ਲੌਜੀਕਲ ਮਾਡਲ, ਦੂਸਰਾ ਹੈ ਰਿਕਾਰਡ ਬੇਸ ਲੌਜੀਕਲ ਮਾਡਲ, ਤੀਸਰਾ ਸਾਡੇ ਕੋਲ ਹੈ ਫਿਜ਼ੀਕਲ ਡਾਟਾ ਮਾਡਲ। ਹੁਣ ਅਸੀਂ ਪਹਿਲਾਂ ਆਬਜੈਕਟ ਓਰੀਐਂਟਡ ਲੌਜੀਕਲ ਮਾਡਲ ਬਾਰੇ ਪੜ੍ਹ ਲੈਂਦੇ ਹਾਂ। ਇਸ ਦੀ ਵਰਤੋਂ ਲਾਈਨ ਦਰ ਲਾਈਨ ਡਾਟਾ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ। ਇਹ ਮੁੱਖ ਤੌਰ ਤੇ ਹੇਠ ਲਿਖੇ 5 ਤਰ੍ਹਾਂ ਦੇ ਹੁੰਦੇ ਹਨ: ਬਾਈਨਰੀ ਮਾਡਲ, ਫੰਕਸ਼ਨਲ ਮਾਡਲ, ਐਂਟੀਟੀ ਰਿਲੇਸ਼ਨਸ਼ਿਪ ਮਾਡਲ, ਆਬਜੈਕਟ ਓਰੀਐਂਟਡ ਲੌਜੀਕਲ ਮਾਡਲ ਤੇ ਲਾਸਟ ਹੈ ਸਾਡੇ ਕੋਲ ਸਿਮੈਂਟਿਕ ਡਾਟਾ ਮਾਡਲ। ਅੱਗੇ ਹੁਣ ਅਸੀਂ ਦੂਸਰੀ ਕਿਸਮ ਪੜਾਂਗੇ ਇਸ ਦੀ ਰਿਕਾਰਡ ਬੇਸਡ ਲੌਜੀਕਲ ਮਾਡਲ। ਇਸ ਦੀ ਵਰਤੋਂ ਲਾਈਨ ਦਰ ਲਾਈਨ ਡਾਟਾ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ, ਪਰ ਇਸ ਵਿੱਚ ਪੱਕੇ ਤੌਰ ਤੇ ਇੱਕ ਫਾਰਮੈਟ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਹਰ ਇੱਕ ਰਿਕਾਰਡ ਦੇ ਆਪਣੇ ਕੁਝ ਐਟਰੀਬਿਊਟ ਹੁੰਦੇ ਹਨ। ਇਹ ਆਮ ਤੌਰ ਤੇ 3 ਤਰ੍ਹਾਂ ਦੇ ਹੁੰਦੇ ਹਨ: ਨੈਟਵਰਕ ਮਾਡਲ, ਰਿਲੇਸ਼ਨਲ ਮਾਡਲ, ਲਾਸਟ ਹੈ ਸਾਡੇ ਕੋਲ ਹਾਇਰਾਰਕੀਕਲ ਮਾਡਲ। ਅਗਲਾ ਸਾਡੇ ਕੋਲ ਤੀਸਰਾ ਮਾਡਲ ਹੈ ਫਿਜ਼ੀਕਲ ਡਾਟਾ ਮਾਡਲ। ਇਸ ਦੀ ਵਰਤੋਂ ਡਾਟਾ ਦਾ ਸਭ ਤੋਂ ਨਿਚਲੇ ਲੈਵਲ ਉੱਤੇ ਵਰਣਨ ਕਰਨ ਲਈ ਕੀਤੀ ਜਾਂਦੀ ਹੈ। ਐਂਟੀਟੀ, ਐਟਰੀਬਿਊਟ, ਐਂਟੀਟੀ ਸੈੱਟ, ਰਿਲੇਸ਼ਨਸ਼ਿਪ ਸੈੱਟ ਆਦਿ ਇਸ ਮਾਡਲ ਦੇ ਕੁਝ ਮਹੱਤਵਪੂਰਨ ਹਿੱਸੇ ਹਨ। ਬੱਚੇ ਹੁਣ ਅਸੀਂ ਇਸ ਪਾਠ ਦੀ ਦੁਹਰਾਈ ਕਰ ਲੈਂਦੇ ਹਾਂ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਖਾਲੀ ਥਾਂ, ਪਹਿਲੀ ਖਾਲੀ ਥਾਂ ਸਾਡੇ ਕੋਲ DBMS ਦਾ ਪੂਰਾ ਨਾਮ ਡੈਸ਼ ਹੈ। ਸਾਡੇ ਕੋਲ ਪਹਿਲੀ ਆਪਸ਼ਨ ਹੈ ਡਾਟਾਬੇਸ ਮੈਨੇਜਮੈਂਟ ਸਿਸਟਮ, ਡਾਟਾ ਮੈਨੇਜਰ ਸਿਸਟਮ, ਦੂਸਰੀ ਡਾਟਾ ਮੈਨੇਜਿੰਗ ਸਿਸਟਮ, ਤੀਸਰੀ ਸਾਡੇ ਕੋਲ ਡਾਟਾਬੇਸ ਮੈਨੇਜਮੈਂਟ ਸਿਸਟਮ ਤੇ ਲਾਸਟ ਹੈ ਸਾਡੇ ਕੋਲ ਡਾਟਾਬੇਸ ਮੈਸੇਂਜਰ ਸੌਫਟਵੇਅਰ। ਤਾਂ ਸਾਡੇ ਕੋਲ ਇਹਦਾ ਸਹੀ ਆਨਸਰ ਹੈ ਡਾਟਾਬੇਸ ਮੈਨੇਜਮੈਂਟ ਸਿਸਟਮ। ਅਗਲੀ ਖਾਲੀ ਥਾਂ ਹੈ ਸਾਡੇ ਕੋਲ ਡਾਟਾਬੇਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਡੈਸ਼ ਦੀ ਹੁੰਦੀ ਹੈ। ਸੋ ਜਿਵੇਂ ਕਿ ਅਸੀਂ ਪਿੱਛੇ ਪੜ੍ਹ ਚੁੱਕੇ ਹਾਂ, ਸਾਡੇ ਕੋਲ ਆਪਸ਼ਨ ਹੈਗੀਆਂ ਡਾਟਾਬੇਸ ਮਾਸਟਰ, ਡਾਟਾਬੇਸ ਐਡਮਿਨਿਸਟ੍ਰੇਟਰ, ਯੂਜ਼ਰ ਜਾਂ ਲਾਸਟ ਹੈ ਆਮ ਵਿਅਕਤੀ। ਡਾਟਾਬੇਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ? ਡਾਟਾਬੇਸ ਐਡਮਿਨਿਸਟ੍ਰੇਟਰ ਦੀ। ਅਗਲੀ ਸਾਡੇ ਕੋਲ ਖਾਲੀ ਥਾਂ ਹੈ ਪ੍ਰੋਸੈਸਿੰਗ ਤੋਂ ਬਾਅਦ ਡਾਟਾ ਡੈਸ਼ ਵਿੱਚ ਬਦਲ ਜਾਂਦਾ ਹੈ। ਤਾਂ ਸਾਡੇ ਕੋਲ ਆਨਸਰ ਹੈ ਆਪਸ਼ਨ ਹੈ ਸਾਡੇ ਕੋਲ ਡਾਟਾਬੇਸ ਸੂਚਨਾ
ਐਂਟੀਟੀ ਜਾਂ ਸੌਫਟਵੇਅਰ। ਸਹੀ ਆਨਸਰ ਸਾਡੇ ਕੋਲ ਸੂਚਨਾ। ਅਗਲੀ ਖਾਲੀ ਥਾਂ ਸਾਡੇ ਕੋਲ ਇੱਕ ਦੂਜੇ ਨਾਲ ਸੰਬੰਧਿਤ ਸੂਚਨਾਵਾਂ ਤੋਂ ਡੈਸ਼ ਤਿਆਰ ਹੁੰਦਾ ਹੈ। ਸਾਡੇ ਕੋਲ ਆਪਸ਼ਨ ਹੈ ਡਾਟਾਬੇਸ, DBMS, DBA ਜਾਂ ਫਾਈਲ ਪ੍ਰੋਸੈਸਿੰਗ ਸਿਸਟਮ। ਸਾਡੇ ਕੋਲ ਸਹੀ ਆਨਸਰ ਹੈ ਡਾਟਾਬੇਸ। ਇੱਕ ਦੂਜੇ ਨਾਲ ਸੰਬੰਧਿਤ ਸੂਚਨਾਵਾਂ ਤੋਂ ਡਾਟਾਬੇਸ ਤਿਆਰ ਹੁੰਦਾ ਹੈ। ਅਗਲੀ ਸਾਡੇ ਕੋਲ ਖਾਲੀ ਥਾਂ ਹੈ ਡੈਸ਼ ਇੱਕ ਵਿਲੱਖਣ ਕੀ ਹੁੰਦੀ ਹੈ। ਸਾਡੇ ਕੋਲ ਆਪਸ਼ਨ ਹੈਗੇ ਪ੍ਰਾਇਮਰੀ ਕੀ, ਫੋਰਨ ਕੀ, ਇਲੈਕਟ੍ਰੋਨਿਕ ਕੀ ਜਾਂ ਲਾਸਟ ਵਿੱਚ ਡਾਟਾਬੇਸ ਕੀ। ਸਾਡੇ ਕੋਲ ਸਹੀ ਆਨਸਰ ਹੈ ਇਸ ਦਾ ਪ੍ਰਾਇਮਰੀ ਕੀ। ਪ੍ਰਾਇਮਰੀ ਕੀ ਇੱਕ ਵਿਲੱਖਣ ਕੀ ਹੁੰਦੀ ਹੈ। ਅੱਗੇ ਹੁਣ ਅਸੀਂ ਪੜਾਂਗੇ ਪੂਰੇ ਨਾਮ। ਪਹਿਲਾ DBA ਦਾ ਪੂਰਾ ਨਾਮ ਹੁੰਦਾ ਡਾਟਾਬੇਸ ਐਡਮਿਨਿਸਟ੍ਰੇਟਰ। ਅਗਲੀ ਸਾਡੇ ਕੋਲ ਪੂਰਾ ਨਾਮ ਹੈ DBMS ਦਾ ਪੂਰਾ ਨਾਮ ਹੈ ਡਾਟਾਬੇਸ ਮੈਨੇਜਮੈਂਟ ਸਿਸਟਮ। ਤੀਸਰਾ ਸਾਡੇ ਕੋਲ SQL ਦਾ ਪੂਰਾ ਨਾਮ ਹੈ ਸਟਰਕਚਰਡ ਕੁਐਰੀ ਲੈਂਗੁਏਜ। ਉਸ ਤੋਂ ਬਾਅਦ ਅਗਲਾ ਸਾਡੇ ਕੋਲ ਪੂਰਾ ਨਾਮ ਹੈ RDBMS ਦਾ ਪੂਰਾ ਨਾਮ ਹੈ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ। ਅੱਗੇ ਹੁਣ ਅਸੀਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪੜ੍ਹ ਲੈਂਦੇ ਹਾਂ। ਪਹਿਲਾ ਸਾਡੇ ਕੋਲ ਪ੍ਰਸ਼ਨ ਹੈ ਡਾਟਾਬੇਸ ਤੋਂ ਕੀ ਭਾਵ ਹੈ। ਇੱਕ ਦੂਜੇ ਨਾਲ ਸੰਬੰਧਿਤ ਸੂਚਨਾਵਾਂ ਦੇ ਸਮੂਹ ਨੂੰ ਡਾਟਾਬੇਸ ਕਿਹਾ ਜਾਂਦਾ ਹੈ। ਡਾਟਾਬੇਸ ਵਿੱਚ ਡਾਟਾ ਤਰਤੀਬਵਾਰ ਸਟੋਰ ਕੀਤਾ ਜਾਂਦਾ ਹੈ। ਡਾਟਾਬੇਸ ਵਿੱਚ ਸੂਚਨਾਵਾਂ ਦੀ ਉਚਿਤ ਵਿਵਸਥਾ ਹੁੰਦੀ ਹੈ। ਡਾਟਾਬੇਸ ਤੋਂ ਕਿਸੇ ਵੀ ਸਮੇਂ ਲੋੜੀਂਦੀ ਸੂਚਨਾ ਪ੍ਰਾਪਤ ਕੀਤੀ ਜਾ ਸਕਦੀ ਹੈ। ਡਾਟਾਬੇਸ ਤਿਆਰ ਕਰਨ ਲਈ ਇੱਕ ਸੌਫਟਵੇਅਰ ਵਰਤਿਆ ਜਾਂਦਾ ਹੈ ਜਿਸ ਨੂੰ ਡਾਟਾਬੇਸ ਮੈਨੇਜਮੈਂਟ ਸਿਸਟਮ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਸਾਡੇ ਕੋਲ ਵੱਖ-ਵੱਖ ਤਰ੍ਹਾਂ ਦੇ ਰਿਲੇਸ਼ਨਸ਼ਿਪ ਕਿਹੜੇ-ਕਿਹੜੇ ਹਨ। ਤਾਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਰਿਲੇਸ਼ਨਸ਼ਿਪ ਹੈ ਉਹ ਸਾਡੇ ਕੋਲ ਹੇਠ ਲਿਖੇ ਅਨੁਸਾਰ ਹਨ। ਇੱਕ ਤੋਂ ਇੱਕ ਰਿਲੇਸ਼ਨਸ਼ਿਪ, ਇੱਕ ਤੋਂ ਅਨੇਕ ਰਿਲੇਸ਼ਨਸ਼ਿਪ, ਲਾਸਟ ਸਾਡੇ ਕੋਲ ਅਨੇਕ ਤੋਂ ਅਨੇਕ ਰਿਲੇਸ਼ਨਸ਼ਿਪ। ਉਸ ਤੋਂ ਬਾਅਦ ਤੀਸਰਾ ਪ੍ਰਸ਼ਨ ਸਾਡੇ ਕੋਲ ਵੱਖ-ਵੱਖ DBA ਦੇ ਨਾਮ ਦੱਸੋ। ਵੱਖ-ਵੱਖ DBA ਦੇ ਨਾਮ ਸਾਡੇ ਕੋਲ ਪਹਿਲਾ ਸਾਡੇ ਕੋਲ ਹੈ ਐਡਮਿਨਿਸਟ੍ਰੇਟਿਵ DBA, ਡਿਵੈਲਪਮੈਂਟ DBA, ਆਰਕੀਟੈਕਟ DBA, ਲਾਸਟ ਸਾਡੇ ਕੋਲ ਡਾਟਾ ਵੇਅਰਹਾਊਸ DBA। ਹੁਣ ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ SQL ਕੀ ਹੈ। ਤਾਂ SQL ਦਾ ਪੂਰਾ ਨਾਮ ਹੈ ਸਾਡੇ ਕੋਲ ਸਟਰਕਚਰਡ ਕੁਐਰੀ ਲੈਂਗੁਏਜ। ਇਹ ਇੱਕ ਹਾਈ ਲੈਵਲ ਭਾਸ਼ਾ ਹੈ ਜੋ ਕਿ ਰਿਲੇਸ਼ਨਲ ਡਾਟਾਬੇਸ ਵਿੱਚ ਵਰਤੀ ਜਾਂਦੀ ਹੈ। ਇਸ ਦੀ ਵਰਤੋਂ ਡਾਟਾ ਨੂੰ ਸਾਂਭਣ, ਕੰਟਰੋਲ ਕਰਨ, ਬਦਲਣ ਆਦਿ ਕੰਮਾਂ ਲਈ ਕੀਤੀ ਜਾਂਦੀ ਹੈ। ਇਹ ਇੱਕ ਪ੍ਰੋਗਰਾਮਰ ਲਈ ਇਹ ਨਿਰਧਾਰਿਤ ਕਰਨ ਵਿੱਚ ਸਹਾਇਕ ਹੁੰਦੀ ਹੈ ਕਿ ਕਿਸ ਡਾਟਾ ਦੀ ਉਸ ਨੂੰ ਜ਼ਰੂਰਤ ਹੈ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਸਾਡੇ ਕੋਲ ਕੀਜ਼ ਕਿੰਨੇ ਤਰ੍ਹਾਂ ਦੀ ਹੁੰਦੀਆਂ ਹਨ। ਤਾਂ ਕੀ ਡਾਟਾਬੇਸ ਮੈਨੇਜਮੈਂਟ ਸਿਸਟਮ ਦਾ ਬਹੁਤ ਮਹੱਤਵਪੂਰਨ ਹਿੱਸਾ ਹੁੰਦੀਆਂ ਹਨ। ਇਹ ਕਈ ਕਿਸਮਾਂ ਦੀਆਂ ਹੁੰਦੀਆਂ ਹਨ। ਆਮ ਵਰਤੀਆਂ ਜਾਣ ਵਾਲੀਆਂ ਜਿਹੜੀਆਂ ਕੀਜ਼ ਆ ਸਾਡੇ ਕੋਲ ਕੁਝ ਇਸ ਤਰ੍ਹਾਂ ਨੇ। ਪਹਿਲੀ ਸਾਡੇ ਕੋਲ ਸੁਪਰ ਕੀ, ਦੂਸਰੀ ਸਾਡੇ ਕੋਲ ਕੈਂਡੀਡੇਟ ਕੀ, ਤੀਸਰੀ ਸਾਡੇ ਕੋਲ ਪ੍ਰਾਇਮਰੀ ਕੀ, ਚੌਥੀ ਸਾਡੇ ਕੋਲ ਕੀ ਆ ਕੰਪੋਜ਼ਿਟ ਕੀ, ਪੰਜਵੀਂ ਹੈ ਸਾਡੇ ਕੋਲ ਫੋਰਨ ਕੀ। ਅੱਗੇ ਹੁਣ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਆ ਗਏ। ਪਹਿਲਾ ਪ੍ਰਸ਼ਨ ਹੈ ਨਾਰਮਲਾਈਜੇਸ਼ਨ ਬਾਰੇ ਜਾਣਕਾਰੀ ਦਿਓ। ਇਹ ਕਿੰਨੀ ਪ੍ਰਕਾਰ ਦੀ ਹੁੰਦੀ ਹੈ। ਤਾਂ ਆਨਸਰ ਹੈ ਸਾਡੇ ਕੋਲ ਨਾਰਮਲਾਈਜੇਸ਼ਨ ਇੱਕ ਵਿਗਿਆਨਿਕ ਵਿਧੀ ਹੈ। ਇਸ ਵਿਧੀ ਰਾਹੀਂ ਔਖੇ ਟੇਬਲ ਨੂੰ ਬਿਲਕੁਲ ਆਸਾਨ ਤਰੀਕੇ ਨਾਲ ਯੂਜ਼ਰ ਦੇ ਸਮਝਣਯੋਗ ਰੂਪ ਵਿੱਚ ਬਦਲਿਆ ਜਾ ਸਕਦਾ ਹੈ। ਇਸ ਦੀ ਵਰਤੋਂ ਨਾਲ ਟੇਬਲ ਵਿੱਚੋਂ ਰਿਡੰਡੈਂਸੀ ਨੂੰ ਘੱਟ ਕੀਤਾ ਜਾ ਸਕਦਾ ਹੈ। ਇਹ ਡਾਟਾਬੇਸ ਇਨਕਨਸਿਸਟੈਂਸੀ ਨੂੰ ਘੱਟ ਕਰਨ ਜਾਂ ਖਤਮ ਕਰਨ ਲਈ ਵੀ ਵਰਤੀ ਜਾਂਦੀ ਹੈ। ਇਹ ਕਈ ਪ੍ਰਕਾਰ ਦੀ ਹੁੰਦੀ ਹੈ। ਨਾਰਮਲਾਈਜੇਸ਼ਨ ਨੂੰ ਲਾਗੂ ਕਰਨ ਦੇ ਇਹਨਾਂ ਤਰੀਕਾਂ ਨੂੰ ਨਾਰਮਲ ਫਾਰਮ ਕਿਹਾ ਜਾਂਦਾ ਹੈ। ਨਾਰਮਲਾਈਜੇਸ਼ਨ ਦੇ ਇਹ ਤਰੀਕੇ ਹੇਠ ਲਿਖੇ ਅਨੁਸਾਰ ਹਨ। ਪਹਿਲੀ ਨਾਰਮਲ ਫਾਰਮ, ਦੂਜੀ ਨਾਰਮਲ ਫਾਰਮ, ਤੀਜੀ ਨਾਰਮਲ ਫਾਰਮ, ਚੌਥੀ ਨਾਰਮਲ ਫਾਰਮ ਤੇ ਪੰਜਵੀਂ ਨਾਰਮਲ ਫਾਰਮ। ਅੱਗੇ ਹੁਣ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ DBMS ਕੀ ਹੁੰਦਾ ਹੈ। ਇਸ ਦੇ ਲਾਭ ਅਤੇ ਹਾਨੀਆਂ ਦੱਸੋ। ਸੋ DBMS ਦਾ ਪੂਰਾ ਨਾਮ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ। ਇਸ ਸਿਸਟਮ ਨੂੰ ਫਾਈਲ ਪ੍ਰੋਸੈਸਿੰਗ ਸਿਸਟਮ ਦੀਆਂ ਕਮੀਆਂ ਜਾਂ ਖਾਮੀਆਂ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਹੈ। ਇਹ ਇੱਕ ਸਿਸਟਮ ਸੌਫਟਵੇਅਰ ਹੈ। ਇਸ ਨੂੰ ਡਾਟਾਬੇਸ ਬਣਾਉਣ, ਡਾਟਾ ਦਾ ਪ੍ਰਬੰਧ ਕਰਨ, ਡਾਟਾ ਨੂੰ ਰਿਕਵਰ ਕਰਨ ਆਦਿ ਕੰਮਾਂ ਲਈ ਵਰਤਿਆ ਜਾਂਦਾ ਹੈ। DBMS ਯੂਜ਼ਰ ਅਤੇ ਡਾਟਾਬੇਸ ਵਿੱਚ ਇੱਕ ਇੰਟਰਫੇਸ ਦਾ ਕੰਮ ਕਰਦਾ ਹੈ। ਉਸ ਤੋਂ ਬਾਅਦ ਅਸੀਂ ਇਸ ਲਾਭ ਪੜ੍ਹ ਲੈਂਦੇ ਹਾਂ। DBMS ਰਿਡੰਡੈਂਸੀ ਨੂੰ ਕੰਟਰੋਲ ਕਰਦਾ ਹੈ।
ਡਾਟਾ ਨੂੰ ਕਈ ਯੂਜ਼ਰ ਵਿਚਕਾਰ ਵੰਡਿਆ ਜਾ ਸਕਦਾ ਹੈ। DBMS ਡਾਟਾ ਬੈਕਅਪ ਦੀ ਸੁਵਿਧਾ ਪ੍ਰਦਾਨ ਕਰਦਾ ਹੈ। DBMS ਡਾਟਾ ਦੀ ਸੁਰੱਖਿਆ ਪ੍ਰਦਾਨ ਕਰਦਾ ਹੈ। ਅੱਗੇ DBMS ਦੀ ਅਸੀਂ ਹਾਨੀ ਪੜਾਂਗੇ। ਤਾਂ DBMS ਦੀ ਜਿਹੜੀ ਖਾਮੀਆਂ ਨੇ, DBMS ਨੂੰ ਵਰਤਣ ਲਈ ਤਕਨੀਕੀ ਸਿੱਖਿਆ ਦੀ ਲੋੜ ਪੈਂਦੀ ਹੈ। DBMS ਦੀ ਕੀਮਤ ਅਤੇ ਪ੍ਰਬੰਧਨ ਦਾ ਖਰਚਾ ਜ਼ਿਆਦਾ ਹੁੰਦਾ ਹੈ। DBMS ਲਈ ਵੱਧ ਹਾਰਡਵੇਅਰ ਦੀ ਜਾਂ ਫਾਲਤੂ ਹਾਰਡਵੇਅਰ ਦੀ ਲੋੜ ਪੈਂਦੀ ਹੈ। DBMS ਵਿੱਚ ਕੰਮ ਕਰਨਾ ਕਾਫੀ ਗੁੰਝਲਦਾਰ ਹੁੰਦਾ ਹੈ। DBMS ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣਾ ਵੀ ਬਹੁਤ ਔਖਾ ਹੁੰਦਾ ਹੈ। ਅੱਗੇ ਹੁਣ ਅਸੀਂ 5ਵਾਂ ਪ੍ਰਸ਼ਨ ਪੜਾਂਗੇ। ਡਾਟਾ ਮਾਡਲ ਤੋਂ ਕੀ ਭਾਵ ਹੈ, ਇਸ ਦੇ ਭਾਗਾਂ ਬਾਰੇ ਵੀ ਦੱਸੋ। ਡਾਟਾ ਮਾਡਲ ਤੋਂ ਭਾਵ ਹੈ ਕਿ ਉਹ ਤਰੀਕਾ ਜੋ ਸਾਨੂੰ ਡਾਟਾਬੇਸ ਦੇ ਸਟਰਕਚਰ ਬਾਰੇ ਜਾਣਕਾਰੀ ਦਿੰਦਾ ਹੈ। ਇਸ ਦੀ ਵਰਤੋਂ ਡਾਟਾ ਦਾ ਵਰਣਨ ਕਰਨ ਲਈ, ਡਾਟਾ ਵਿਚਕਾਰ ਸੰਬੰਧਾਂ ਦਾ ਵਰਣਨ ਕਰਨ ਆਦਿ ਲਈ ਕੰਮਾਂ ਲਈ ਕੀਤੀ ਜਾਂਦੀ ਹੈ। ਅੱਗੇ ਡਾਟਾ ਮਾਡਲ ਦੇ ਭਾਗ। ਡਾਟਾ ਮਾਡਲ ਮੁੱਖ ਤੌਰ ਤੇ 3 ਭਾਗਾਂ ਵਿੱਚ ਵੰਡੇ ਜਾ ਸਕਦੇ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ। ਜਿਸ ਵਿੱਚ ਪਹਿਲਾ ਸਾਡੇ ਕੋਲ ਹੈ ਆਬਜੈਕਟ ਓਰੀਐਂਟਡ ਲੌਜੀਕਲ ਮਾਡਲ। ਇਸ ਦੀ ਵਰਤੋਂ ਲਾਈਨ ਦਰ ਲਾਈਨ ਡਾਟਾ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ। ਇਹ ਮੁੱਖ ਤੌਰ ਤੇ 5 ਤਰ੍ਹਾਂ ਦੇ ਹੁੰਦੇ ਹਨ, ਜਿਵੇਂ ਕਿ ਬਾਈਨਰੀ ਮਾਡਲ, ਫੰਕਸ਼ਨਲ ਮਾਡਲ, ਐਂਟੀਟੀ ਰਿਲੇਸ਼ਨਸ਼ਿਪ ਮਾਡਲ, ਆਬਜੈਕਟ ਓਰੀਐਂਟਡ ਲੌਜੀਕਲ ਮਾਡਲ ਤੇ ਲਾਸਟ ਸਾਡੇ ਕੋਲ ਸਿਮੈਂਟਿਕ ਡਾਟਾ ਮਾਡਲ। ਅੱਗੇ ਸਾਡੇ ਕੋਲ ਹੈ ਇਸ ਦੀ ਦੂਸਰੀ ਕਿਸਮ ਰਿਕਾਰਡ ਬੇਸ ਲੌਜੀਕਲ ਮਾਡਲ। ਇਸ ਦੀ ਵਰਤੋਂ ਲਾਈਨ ਦਰ ਲਾਈਨ ਡਾਟਾ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ, ਪਰ ਇਸ ਵਿੱਚ ਪੱਕੇ ਤੌਰ ਤੇ ਇੱਕ ਫਾਰਮੈਟ ਦੀ ਵਰਤੋਂ ਹੀ ਕੀਤੀ ਜਾਂਦੀ ਹੈ। ਇਸ ਵਿੱਚ ਹਰ ਇੱਕ ਰਿਕਾਰਡ ਦੇ ਆਪਣੇ ਐਟਰੀਬਿਊਟ ਹੁੰਦੇ ਹਨ। ਇਹ 3 ਤਰ੍ਹਾਂ ਦੇ ਹੁੰਦੇ ਹਨ: ਨੈਟਵਰਕ ਮਾਡਲ, ਰਿਲੇਸ਼ਨਲ ਮਾਡਲ, ਹਾਇਰਾਰਕੀਕਲ ਮਾਡਲ। ਅੱਗੇ ਇਸ ਦੀ ਤੀਸਰੀ ਕਿਸਮ ਹੈ ਫਿਜ਼ੀਕਲ ਡਾਟਾ ਮਾਡਲ। ਇਸ ਦੀ ਵਰਤੋਂ ਡਾਟਾ ਦਾ ਸਭ ਤੋਂ ਨਿਚਲੇ ਲੈਵਲ ਉੱਤੇ ਵਰਣਨ ਕਰਨ ਲਈ ਕੀਤੀ ਜਾਂਦੀ ਹੈ। ਐਂਟੀਟੀ, ਐਟਰੀਬਿਊਟ, ਐਂਟੀਟੀ ਸੈੱਟ, ਰਿਲੇਸ਼ਨਸ਼ਿਪ ਸੈੱਟ ਆਦਿ ਇਸ ਮਾਡਲ ਦੇ ਕੁਝ ਮਹੱਤਵਪੂਰਨ ਹਿੱਸੇ ਹਨ। ਸੋ ਬੱਚਿਓ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ, ਤੁਸੀਂ ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਧੰਨਵਾਦ।